ਫੋਰ ਐਗਜ਼ਾਮਪਲ ਤੁਹਾਡੇ 2 ਬੱਚੇ ਸੀਗੇ, ਤਾਂ ਤੁਹਾਡਾ ਇੱਕ ਬੱਚੇ ਨਾਲ ਜ਼ਿਆਦਾ ਪਿਆਰ ਹੈ, ਤੁਸੀਂ ਇੱਕ ਬੱਚੇ ਨੂੰ ਜ਼ਿਆਦਾ ਕੁਛ ਵਿਲ ਦੇ ਵਿੱਚ ਦੇ ਦਿੱਤਾ। ਦੂਜੇ ਬੱਚੇ ਕੋ ਫੁੱਲ ਲੀਗਲ ਰਾਈਟ ਹੈ, ਅਗਰ ਚਾਹੇ ਤੁਸੀਂ ਵਿਲ ਬਣਾਈ ਵੀ ਹੈ, ਉਸ ਨੂੰ ਜਿਹੜਾ ਹੈਗਾ ਚੈਲੰਜ ਕਰ ਸਕਦਾ ਕੋਰਟ ਦੇ ਵਿੱਚ ਕਿ ਮੇਰੇ ਨਾਲ ਜੋ ਹੈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਹੁਣ ਕਈ ਜਿਨ੍ਹਾਂ ਨੇ ਬੜੇ ਵੱਡੇ ਬਿਜ਼ਨਸ ਖੜੇ ਕੀਤੇ ਨੇ, ਬੱਚਿਆਂ ਨੂੰ ਅੱਗੇ ਟਰਾਂਸਫਰ ਕਰਨੇ ਨੇ, ਅਗਰ ਕੱਲ੍ਹ ਨੂੰ ਉਹਨਾਂ ਦੀ ਮੈਰਿਜ ਸਕਸੈਸਫੁਲ ਨਹੀਂ ਹੁੰਦੀ ਤਾਂ ਸਪਾਊਸ ਦਾ ਰਾਈਟ ਬਣਦਾ ਉਹਦੇ 'ਤੇ। ਜੇ ਤੁਹਾਡੇ ਕੋਲ ਪ੍ਰੋਪਰਟੀ, ਜਾਇਦਾਦ, ਵੱਡੇ ਕਾਰੋਬਾਰ ਨੇ ਜੀ, ਤਾਂ ਤੁਸੀਂ ਗਰੀਬਾਂ ਦੀ ਤਰ੍ਹਾਂ ਵਿਆਹ ਵੀ ਨਹੀਂ ਕਰਾ ਸਕਦੇ, ਪਹਿਲਾਂ ਹੀ ਕੰਟਰੈਕਟ ਕਰੋ ਜੀ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਕਾਰੋਬਾਰ ਕੋਈ ਵੀ ਸ਼ੁਰੂ ਕਰਨਾ, ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਬਾਅਦ ਵਿੱਚ ਫਿਰ ਖਲਾਰਾ ਨਾ ਪਾਏ। ਤੇ ਹੁਣ ਅਸੀਂ ਗੱਲਬਾਤ ਟੌਪਿਕ ਬਦਲਦੇ ਹਾਂ ਜੀ। ਮੈਸੇਜਸ ਕਾਫੀ ਸੀਗੇ ਪਿਛਲੀ ਗੱਲਬਾਤ ਬਾਰੇ, ਪਰ ਹੁਣ ਅਸੀਂ ਅੱਗੇ ਵਧਦੇ ਹਾਂ। ਅਗਲਾ ਇੱਕ ਮਸਲਾ, ਸਾਡੀ ਕਮਿਊਨਿਟੀ 'ਚ ਇਸ ਵੇਲੇ ਬਹੁਤ ਵੱਡੀ ਗਿਣਤੀ 'ਚ ਇਹੋ ਜਿਹੇ ਭਾਈਚਾਰੇ ਦੇ ਕਮਿਊਨਿਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਜਦੋਂ ਤੋਂ ਵੀ ਇਸ ਸੂਬੇ 'ਚ, ਇਸ ਪ੍ਰੋਵਿੰਸ 'ਚ ਆਏ ਨੇ, ਬੜੇ ਵੱਡੇ ਕਾਰੋਬਾਰ ਖੜ੍ਹੇ ਕੀਤੇ ਨੇ, ਪ੍ਰੋਪਰਟੀਜ਼ ਬਣਾਈਆਂ ਨੇ ਅਤੇ ਕਾਫੀ ਅੱਛੀ ਜ਼ਿੰਦਗੀ ਦੀ ਹਾਲਤ ਹੈ। ਅਤੇ ਉਹਨਾਂ ਸਾਹਮਣੇ ਸਵਾਲ ਹੁੰਦਾ ਹੈ ਕਿ ਜਦੋਂ ਇਹ ਸਾਰਾ ਕੁਛ ਜਿਵੇਂ ਕਿ ਆਮ ਕਰਕੇ ਆਪਣੇ ਕਲਚਰ 'ਚ ਕਿਹਾ ਜਾਂਦਾ ਕਿ ਜੀ ਅਸੀਂ ਤਾਂ ਬੱਚਿਆਂ ਵਾਸਤੇ ਬਣਾ ਰਹੇ ਹਾਂ, ਬੱਚਿਆਂ ਵਾਸਤੇ ਸਾਰਾ ਕੁਛ ਕਰ ਰਹੇ ਹਾਂ, ਇਹ ਜਿਹੜਾ ਸਾਰਾ ਕੁਛ ਹੈ ਇਹ ਸਹੀ ਤਰੀਕੇ ਨਾਲ ਅੱਗੇ ਟਰਾਂਸਫਰ ਹੋ ਸਕੇ, ਇਹ ਇੱਕ ਚੈਲੰਜ ਰਹਿੰਦਾ। ਸੋ ਇਹਦੇ ਬਾਰੇ ਇੱਕ ਗੱਲਬਾਤ ਦਾ ਇੱਕ ਐਪੀਸੋਡ ਅਸੀਂ ਪਹਿਲਾਂ ਕੀਤਾ ਸੀ, ਜਿਹਦੇ 'ਚ ਕੁਛ ਪੱਖ ਅਸੀਂ ਛੋਏ ਸੀ ਉਦੋਂ, ਪਰ ਗੱਲ ਉਦੋਂ ਕੰਪਲੀਟ ਨਹੀਂ ਸੀ ਹੋਈ ਕਿਉਂਕਿ ਇਹਦੇ ਹੋਰ ਕਈ ਇੰਪੋਰਟੈਂਟ ਪੱਖ ਸੀਗੇ। ਸੋ ਉਹਨਾਂ ਨੂੰ ਅੱਜ ਅਸੀਂ ਅੱਗੇ ਕੰਟੀਨਿਊ ਕਰਾਂਗੇ ਅਤੇ ਖਾਸ ਕਰਕੇ ਜਿਹੜੇ ਬਿਜ਼ਨਸ ਓਨਰਸ ਨੇ, ਕਾਰਪੋਰੇਸ਼ਨਸ ਨੇ, ਤੁਹਾਡੀਆਂ ਹੋਰ ਪ੍ਰੋਪਰਟੀਜ਼ ਨੇ ਅਤੇ ਪਾਰਟਨਰਸ਼ਿਪਸ ਨੇ, ਇਹ ਸਾਰਾ ਕੁਛ ਜਿਹੜਾ ਹੈ ਕਿਵੇਂ ਇਹਨਾਂ ਦੇ ਉੱਤੇ ਜਿਹੜਾ ਟੈਕਸ ਲਾਜ਼ ਅਤੇ ਸਾਰਾ ਕੁਛ ਕਿਵੇਂ ਵਰਕ ਕਰੇਗਾ, ਅਤੇ ਉਹਦੇ ਲਈ ਅਸੀਂ ਜਿਹੜੀ ਵਿਲ ਹੈ ਜਾਂ ਇੰਸ਼ੋਰੈਂਸ ਹੈ ਜਾਂ ਹੋਰ ਜਿਹੜੀਆਂ ਸਟਰੈਟਜੀਜ਼ ਨੇ ਕਿਵੇਂ ਉਹਨਾਂ ਨੂੰ ਵਰਤਣ ਦੀ ਲੋੜ ਹੈ। ਸੋ ਇਹਦੇ ਬਾਰੇ ਅਸੀਂ ਫਿਰ ਸੱਦਾ ਦਿੱਤਾ। ਸਾਡੇ ਨਾਲ ਸਟੂਡੀਓ ਦੇ ਵਿੱਚ ਸਿਮਰਨ ਸੈਣੀ ਨੇ, ਇੰਸ਼ੋਰੈਂਸ ਸੈਕਟਰ ਤੋਂ ਨੇ, ਅਤੇ ਇਹਨਾਂ ਦਾ ਆਪਣਾ ਵਾਹ ਲਗਾਤਾਰ ਹਰ ਰੋਜ਼ ਤਕਰੀਬਨ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਜਿਹੜੇ ਲੋਕ ਡੀਲ ਕਰ ਰਹੇ ਨੇ ਉਹਨਾਂ ਨਾਲ ਪੈਂਦਾ। ਸਿਮਰਨ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਥੈਂਕ ਯੂ ਸ਼ਮੀਲ ਜੀ। ਪਹਿਲਾਂ ਤਾਂ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਸੋ ਇਹ ਜਿਹੜਾ ਇਸ਼ੂ ਹੈ, ਮੇਰਾ ਖਿਆਲ ਹੈ ਤੁਹਾਡਾ ਕੀ ਅਨੁਮਾਨ ਹੈ ਕਿ ਕਿੰਨੇ ਕੁ % ਆਪਣੀ ਕਮਿਊਨਿਟੀ 'ਚ ਹੋਣਗੇ ਜਿਨ੍ਹਾਂ ਨੇ ਅੱਛੇ ਖਾਸੇ ਪ੍ਰੋਪਰਟੀ ਕਾਰੋਬਾਰ ਜਿਨ੍ਹਾਂ ਨੇ ਬਣਾਏ ਹੋਏ ਨੇ? ਹੁਣ ਤਾਂ ਕਾਫੀ ਵੱਡਾ ਨੰਬਰ ਹੈ। ਅਗਰ ਅਸੀਂ 50% ਵੀ ਕਹੀਏ ਉਹ ਵੀ ਲੱਗਦਾ ਕਿ ਘੱਟ ਹੋਏਗਾ, ਬਟ ਜਿਹੜੇ ਕਾਫੀ ਪੁਰਾਣੇ ਆਏ ਹੋਏ ਨੇ, ਜਿਨ੍ਹਾਂ ਨੇ ਕਾਫੀ ਬਿਜ਼ਨਸ ਇਸਟੈਬਲਿਸ਼ ਕੀਤੇ ਨੇ, ਕਾਫੀ ਸਾਰੀਆਂ ਪ੍ਰੋਪਰਟੀਜ਼ ਬਾਏ ਕੀਤੀਆਂ ਹੋਈਆਂ ਨੇ, ਕਾਫੀ ਅੱਛੇ ਐਸਟ ਬਣਾਏ ਹੋਏ ਨੇ, ਬਹੁਤ ਵੱਡਾ ਨੰਬਰ ਹੈ। ਔਰ ਇਹਦੇ ਨਾਲ ਦੀ ਨਾਲ ਉਹ ਵੀ ਨੰਬਰ ਬਹੁਤ ਵੱਡਾ ਜਿਨ੍ਹਾਂ ਨੇ ਉਹਦੇ ਬਾਰੇ ਕੋਈ ਪਲੈਨਿੰਗ ਨਹੀਂ ਕੀਤੀ। ਸੋ ਅਸੀਂ ਦੋਨੋਂ ਚੀਜ਼ਾਂ ਹੋਣਗੇ ਜਿਨ੍ਹਾਂ ਨੇ ਮਤਲਬ 50% ਮੰਨ ਲਿਆ, ਚਲੋ ਬੜੀ ਕਿਰਪਾ, ਮਤਲਬ ਖੁਸ਼ੀ ਦੀ ਗੱਲ ਹੈ ਕਿ ਵੀ ਜਿਨ੍ਹਾਂ ਨੇ ਅੱਛੇ ਖਾਸੇ ਕਾਰੋਬਾਰ ਅਤੇ ਪ੍ਰੋਪਰਟੀਜ਼ ਨੇ ਜੀ, ਉਹਨਾਂ 'ਚੋਂ ਪਲੈਨਿੰਗ ਕਿੰਨੇ ਕੁ % ਨੇ ਕੀਤੀ ਹੁੰਦੀ ਹੈ? 30% ਮੈਕਸ ਤੁਸੀਂ ਲੈ ਕੇ ਚੱਲੋ ਕਿ ਜਿਹੜੇ 70% ਨੇ ਉਹਨਾਂ ਨੇ ਐਸਟ 'ਤੇ ਬਣਾਏ ਹੋਏ ਨੇ, ਕਾਰੋਬਾਰ ਵੀ ਖੜੇ ਕੀਤੇ ਹੋਏ ਨੇ, ਬਟ ਉਹਨਾਂ ਦੀ ਪਲੈਨਿੰਗ ਕੋਈ ਨਹੀਂ ਹੈ। ਉਹ ਸੋਚ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਬੈਕ ਹੋਮ ਹੁੰਦੇ ਹਾਂ ਕਿ ਸਾਰਾ ਕੁਛ ਬੜਾ ਈਜ਼ੀ ਬੱਚਿਆਂ ਕੋਲ ਚਲਾ ਜਾਣਾ, ਆਪਣੇ ਆਪ ਬੱਚਿਆਂ ਨੂੰ ਚੱਲ ਜਾਣਾ। ਹਾਂਜੀ, ਉਹ ਥਿੰਕਿੰਗ ਹੈ। ਔਰ ਉਹ ਥਿੰਕਿੰਗ ਕਰਕੇ ਕਈ ਵਾਰੀ ਅਸੀਂ ਜਿਹੜੀ ਹੈ ਉਹ ਪਲੈਨਿੰਗ ਹੀ ਨਹੀਂ ਕਰਦੇ ਕਿ ਚਲੋ ਬਣ ਗਿਆ, ਬਹੁਤ ਕੁਛ ਹੈ, ਰਿਲੈਕਸ ਹੋ ਕੇ ਉਸ ਤੋਂ ਬਾਅਦ ਅਸੀਂ ਬੈਠ ਜਾਂਦੇ ਹੈਗੇ ਹਾਂ। ਬਟ ਅਸਲ 'ਚ ਸਟਰਗਲ ਉਦੋਂ ਸ਼ੁਰੂ ਹੁੰਦੀ ਜਦੋਂ ਤੁਸੀਂ ਬਹੁਤ ਕੁਛ ਬਣਾ ਲਿਆ ਔਰ ਉਸ ਤੋਂ ਬਾਅਦ ਤੁਸੀਂ ਉਹ ਟਰਾਂਸਫਰ ਕਰਨਾ ਆਪਣੇ ਬੱਚਿਆਂ ਨੂੰ, ਆਪਣੀ ਫੈਮਿਲੀ ਨੂੰ। ਸੋ ਅਗਰ ਤੁਸੀਂ ਉਹ ਪਲੈਨਿੰਗ ਹੀ ਨਹੀਂ ਕੀਤੀ ਤਾਂ ਬਹੁਤ ਹਿੱਸਾ ਹੈਗਾ ਜਿਹੜਾ ਉਸ ਐਸਟ ਦਾ ਉਹ CRA ਕੋ ਚਲਾ ਜਾਣਾ ਹੈਗਾ ਐਟ ਦਾ ਟਾਈਮ ਆਫ ਡੈਥ। ਜਦੋਂ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਉਦੋਂ ਅਸੀਂ ਮੇਨਲੀ ਘਰਾਂ ਬਾਰੇ ਜ਼ਿਆਦਾ ਗੱਲ ਕੀਤੀ ਸੀ ਜੀ ਜੀ। ਅੱਜ ਅਸੀਂ ਜ਼ਿਆਦਾ ਫੋਕਸ ਰੱਖਣਾ ਚਾਹੁੰਦੇ ਹਾਂ ਖਾਸ ਕਰਕੇ ਜਿਹੜੀਆਂ ਇੱਦਾਂ ਦੀਆਂ ਸਿਚੁਏਸ਼ਨ ਥੋੜ੍ਹਾ ਡਿਫਰੈਂਟ ਹੋ ਸਕਦੀਆਂ। ਫੋਰ ਐਗਜ਼ਾਮਪਲ ਤੁਹਾਡੀ ਕਾਰਪੋਰੇਸ਼ਨ ਹੈ ਜੀ, ਉਹਦੇ 'ਚ ਕੀ ਹੁੰਦਾ, ਉਹਦੇ 'ਚ ਕਿਸ ਤਰ੍ਹਾਂ ਦੇ ਚੈਲੰਜਸ ਆ ਰਹੇ ਨੇ? ਕਾਰਪੋਰੇਸ਼ਨ ਦੇ ਵਿੱਚ 2 ਚੀਜ਼ਾਂ ਨੇ ਸ਼ਮੀਲ ਜੀ। ਇੱਕ ਤਾਂ ਹੈਗਾ ਕਿ ਅਸੀਂ ਜਦੋਂ ਘਰਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸਾਡੀ ਕਮਿਊਨਿਟੀ 'ਚ ਲੋਕ ਨੇ ਜਿਨ੍ਹਾਂ ਨੇ ਕਾਰਪੋਰੇਸ਼ਨ ਦੇ ਅੰਦਰ ਘਰ ਬਾਏ ਕੀਤੇ ਹੋਏ ਨੇ, ਜਾਂ ਜਿਨ੍ਹਾਂ ਦੇ ਜੁਆਇੰਟ ਬਿਜ਼ਨਸ ਹੈਗੇ ਨੇ ਕਿਸੇ ਦੇ ਨਾਲ, ਕਾਰਪੋਰੇਸ਼ਨ ਹੈਗੀ ਹੈ, ਤੁਸੀਂ 1 2 3 4 ਜਣੇ ਪਾਰਟਨਰ ਹੈਗੇ ਹੋ, ਜਾਂ ਤੁਹਾਡਾ ਕੋਈ ਫੈਮਿਲੀ ਬਿਜ਼ਨਸ ਹੈ ਜਿਹਦੇ ਵਿੱਚ ਤੁਸੀਂ ਕਾਰਪੋਰੇਸ਼ਨ ਓਪਨ ਕੀਤੀ ਹੋਈ ਹੈ, ਤੁਹਾਡੇ ਵਾਈਫ ਨਾਲ ਜਿਹੜੇ ਨੇ ਉਹ ਐਜ਼ ਆ ਜੁਆਇੰਟ ਓਨਰਸ਼ਿਪ 'ਚ ਨੇ। ਹੁਣ ਇਹਦੇ 'ਚ ਕੰਪਲੀਕੇਸ਼ਨਸ ਕਿੱਥੇ ਆਉਂਦੀਆਂ ਨੇ? ਜਦੋਂ ਤੇ ਤੁਸੀਂ ਫੈਮਿਲੀ ਹੈਗੇ ਹੋ, ਚਲੋ ਤੁਸੀਂ ਆਪਣੀ ਵਾਈਫ ਨੂੰ ਐਡ ਔਨ ਕਰਤਾ, ਬਾਅਦ ਵਿੱਚ ਜਦੋਂ ਬੱਚੇ ਵੱਡੇ ਹੋਏ ਤੁਸੀਂ ਕਹਿੰਦੇ ਕਿ ਅਸੀਂ ਉਹਨਾਂ ਦੇ ਨਾਮ ਐਡ ਔਨ ਕਰਨੇ ਆ। ਇੱਕ ਸਾਡੀ ਕਮਿਊਨਿਟੀ 'ਚ ਕਈ ਲੋਕਾਂ ਨੂੰ ਇਹ ਮਿਸਕਨਸੈਪਸ਼ਨ ਹੁੰਦੀ ਹੈ ਕਿ ਜਦੋਂ ਅਸੀਂ ਬੱਚਿਆਂ ਦਾ ਨਾਮ ਐਡ ਔਨ ਕਰ ਦਿੱਤਾ ਅਤੇ ਅਸੀਂ ਟੈਕਸ ਸੇਵ ਕਰ ਲਿਆ ਕਿ ਚਲੋ ਜੇ ਸਾਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਆਟੋਮੈਟਿਕਲੀ ਕਾਰਪੋਰੇਸ਼ਨ ਜਿਹੜੀ ਹੈ ਬੱਚਿਆਂ ਕੋਲ ਚਲੇ ਜਾਣੀ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਜਦੋਂ ਤੁਸੀਂ ਬੱਚਿਆਂ ਦਾ ਨਾਮ ਐਡ ਔਨ ਕਰਦੇ ਹੋ, ਮੰਨ ਲਓ ਜਿਸ ਟਾਈਮ ਤੁਸੀਂ ਕਾਰਪੋਰੇਸ਼ਨ ਖੜੀ ਕੀਤੀ ਸੀ ਉਸ ਟਾਈਮ ਕਾਰਪੋਰੇਸ਼ਨ ਦੀ ਵੈਲਿਊ ਸੀ $1,
ਔਰ ਜਦੋਂ ਤੁਸੀਂ ਬੱਚਿਆਂ ਨੂੰ ਐਡ ਔਨ ਕੀਤਾ ਤਾਂ ਇਹਦਾ ਮਤਲਬ ਹੈ ਕਿ ਉਸ ਟਾਈਮ ਫੋਰ ਐਗਜ਼ਾਮਪਲ ਕਾਰਪੋਰੇਸ਼ਨ ਸੀਗੀ $100 ਦੀ, ਤਾਂ 50% ਸ਼ੇਅਰ ਤੁਸੀਂ ਬੱਚਿਆਂ ਨੂੰ ਦੇਤੇ, ਤਾਂ $50 ਦੀ ਜਿਹੜੀ ਕਾਰਪੋਰੇਸ਼ਨ ਵੈਲਿਊ ਤੁਸੀਂ ਬੱਚਿਆਂ ਨੂੰ ਦੇਤੀ, ਉਸ ਲਈ ਵੀ ਟੈਕਸਿਸ ਲੱਗਣੇ ਨੇ। ਸੈਕਿੰਡ, ਜਦੋਂ ਪਰਸਨ ਦੀ ਡੈਥ ਹੋਣੀ ਹੈ ਉਸ ਟਾਈਮ 'ਤੇ ਕੀ ਹੋਣਾ ਹੈ ਕਿ ਜਿਹੜਾ $50 ਦਾ ਸ਼ੇਅਰ ਸੀਗਾ ਉਹ ਤੁਹਾਡਾ ਬੱਚਿਆਂ ਦੇ ਨਾਮ 'ਤੇ ਜਾਣਾ, ਉਸ ਲਈ ਵੀ ਟੈਕਸਿਸ ਲੱਗਣੇ ਨੇ। ਔਰ ਇਸ ਚੀਜ਼ ਨੂੰ ਅਸੀਂ ਸਮਝਦੇ ਨਹੀਂ ਕਿ ਜਿਹੜੇ ਉਸ ਟਾਈਮ 'ਤੇ ਟੈਕਸਿਸ ਲੱਗਣੇ ਨੇ ਉਹ ਚੀਜ਼ ਨੂੰ ਬੱਚਿਆਂ ਨੇ ਕਵਰ ਅਪ ਕਿੱਦਾਂ ਕਰਨਾ ਹੈਗਾ। ਸੋ ਇਕੱਲਾ ਬੱਚਿਆਂ ਨੂੰ ਪਾਰਟਨਰ ਬਣਾਉਣ ਨਾਲ ਗੱਲ ਨਹੀਂ ਛੁੱਟੀ। ਨਹੀਂ ਜੀ। ਸੋ ਤੁਸੀਂ CRA ਨੂੰ ਜਿਹੜਾ ਇੰਨੀ ਈਜ਼ਲੀ ਜਿਹੜਾ ਹੈਗਾ ਉਹ ਨਹੀਂ ਕਹਿ ਦੋ ਨਾ ਕਿ ਅਸੀਂ ਇੱਕ ਤਰ੍ਹਾਂ ਨਾਲ ਅਸੀਂ ਆਪਣੇ ਵੱਲੋਂ ਫੂਲ ਬਣਾਉਂਦੇ ਹਾਂ ਕਿ CRA ਤੋਂ ਅਸੀਂ ਟੈਕਸ ਸੇਵ ਕਰ ਲਿਆ, ਨਹੀਂ। ਸੋ ਜਦੋਂ ਫਾਈਨਲ ਟੈਕਸੇਸ਼ਨ ਹੁੰਦੀ ਹੈ, ਜਦੋਂ ਫਾਈਨਲ ਟੈਕਸ ਤੁਸੀਂ ਪੇ ਕਰਦੇ ਹੋ ਪਰਸਨ ਦੀ ਡੈਥ ਤੋਂ ਬਾਅਦ, ਇਹ ਸਾਰੀਆਂ ਚੀਜ਼ਾਂ ਉਦੋਂ ਸਾਹਮਣੇ ਆਉਂਦੀਆਂ ਨੇ। ਔਰ ਜੇ ਅਸੀਂ ਉਹ ਚੀਜ਼ ਦੀ ਪਲੈਨਿੰਗ ਹੀ ਨਹੀਂ ਕਰ ਰਹੇ ਤਾਂ ਬਹੁਤ ਵੱਡਾ ਜਿਹੜਾ ਹਿੱਸਾ ਹੈ ਤੁਹਾਡੀ ਐਸੈਟ ਦਾ ਉਹ CRA ਨੂੰ ਐਜ਼ ਅ ਟੈਕਸ ਪੇ ਕਰਨਾ ਪੈਂਦਾ। ਦੂਸਰੀ, ਜਦੋਂ ਤੁਸੀਂ ਜੁਆਇੰਟ ਓਨਰਸ਼ਿਪ ਦੇ ਵਿੱਚ ਤੁਸੀਂ ਬਿਜ਼ਨਸ ਖੋਲ੍ਹਿਆ ਹੋਇਆ, ਜਦੋਂ ਕੋਈ ਦੋ ਬਿਜ਼ਨਸ ਪਾਰਟਨਰ ਨੇ, ਕੋਈ ਤੁਸੀਂ ਵੱਡੀ ਕੰਪਨੀ ਖੋਲ੍ਹੀ ਹੋਈ ਹੈ, ਆਪ ਤੁਹਾਡੇ ਫਰੈਂਡ ਰਿਲੇਟਿਵ ਕੋਈ ਵੀ ਹੋ ਸਕਦੇ ਨੇ, ਉੱਥੇ ਤੁਹਾਡੇ ਕੋਲ ਪ੍ਰੋਪਰ ਬਾਏ ਸੈਲ ਐਗਰੀਮੈਂਟ ਐਂਡ ਆਲ ਦੈਟ ਸਟੱਫ ਜਿਹ 'ਚ ਪ੍ਰੋਪਰ ਪਲੈਨਿੰਗ ਹੋਏ ਕਿ ਅਗਰ ਇੱਕ ਪਰਸਨ ਨੂੰ ਕੁਝ ਹੁੰਦਾ ਤਾਂ ਦੂਸਰੀ ਪਰਸਨ ਦੀ ਜਿਹੜੀ ਫੈਮਿਲੀ ਹੈ ਉਸ ਪਰਸਨ ਦੀ ਅਗਰ ਬਾਏ ਆਊਟ ਕਰਨਾ ਚਾਹੁੰਦੀ ਹੈ ਬਿਜ਼ਨਸ ਜਾਂ ਸੈਲ ਕਰਨਾ ਚਾਹੁੰਦੀ ਹੈ, ਉਹਨਾਂ ਚੀਜ਼ਾਂ ਨੂੰ ਤੁਸੀਂ ਪਲਾਨ ਕੀਤਾ ਹੋਇਆ ਜਾਂ ਨਹੀਂ। ਅਗਰ ਤੁਹਾਡਾ ਦੂਜਾ ਪਾਰਟਨਰ ਜਿਹੜਾ ਹੈਗਾ ਉਹ ਪੂਰਾ ਬਿਜ਼ਨਸ ਓਨ ਕਰਨਾ ਚਾਹੁੰਦਾ ਹੈਗਾ, ਉਹਦੇ ਲਈ ਤੁਸੀਂ ਅਰੇਂਜਮੈਂਟ ਕੀਤੇ ਹੋਏ ਨੇ, ਤੁਸੀਂ ਪ੍ਰੋਪਰ ਐਗਰੀਮੈਂਟ ਤਿਆਰ ਕੀਤੇ ਹੋਏ ਨੇ। ਅਗਰ ਨਹੀਂ ਕੀਤੇ, ਉਸ ਟਾਈਮ 'ਤੇ ਜਿਹੜਾ ਮੈਸ ਪੈਣਾ ਹੈਗਾ ਔਰ ਉਸ ਟਾਈਮ 'ਤੇ ਜਿਹੜੀ ਲੀਗਲ ਫਾਈਟ ਹੋਣੀ ਹੈ, ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿ ਉਹ ਕਿੰਨੀ ਲੰਬੀ ਚੱਲੇਗੀ। ਵੈਸੇ ਤਾਂ ਕਿਉਂਕਿ ਬੰਦਾ ਹੁਣ ਐਂ ਤਾਂ ਕੋਈ ਸੋਚਦਾ ਨਹੀਂ ਵੀ ਮੈਂ ਮਤਲਬ ਮੇਰਾ ਜਿਹੜੀ ਟਾਈਮ ਹੈ ਉਹ ਕਿੰਨਾ ਕੁ ਰਹਿ ਗਿਆ, ਉਹ ਤਾਂ ਕੋਈ ਵੀ ਨਹੀਂ ਸੋਚਦਾ। ਉਹ ਸਾਰਿਆਂ ਨੂੰ ਇਨਕਲੂਡਿੰਗ ਵੀ ਇਹੀ ਲੱਗਦਾ ਹੁੰਦਾ ਵੀ ਅਸੀਂ ਤਾਂ ਇੱਥੇ 70-80 ਸਾਲ ਕੱਢ ਕੇ ਹੀ ਜਾਣਾ ਹੈਗਾ। ਸੋ ਉਹ ਤਾਂ ਹਰ ਇੱਕ ਦੇ ਮਨ 'ਚ ਹੁੰਦਾ ਹੀ ਆ। ਪਰ ਇਹ ਆਲ ਆਫ ਸਡਨ ਚੀਜ਼ਾਂ ਨੇ ਜਦੋਂ ਇੱਕਦਮ ਹੁੰਦੀਆਂ ਨੇ ਔਰ ਪਿੱਛੇ ਜਿਹੜਾ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਮੈਸ ਪੈਂਦਾ ਹੈਗਾ, ਬਹੁਤ ਔਖਾ ਹੋ ਜਾਂਦਾ ਫੈਮਿਲੀ ਦੇ ਲਈ। ਪਿੱਛੇ ਅਗਰ ਫੈਮਿਲੀ 'ਚ ਬੱਚੇ ਅਜੇ ਬਿਲਕੁਲ ਹੀ ਛੋਟੇ ਨੇ, ਤੁਸੀਂ ਬਿਜ਼ਨਸ ਤਾਂ ਖੜਾ ਕਰ ਲਿਆ, ਹੁਣ ਉਹਨਾਂ ਨੂੰ ਉਹ ਸਾਂਭਣ ਨੂੰ ਜਾਂ ਉਸ ਤੋਂ ਬਾਅਦ ਉਹ ਚੀਜ਼ ਨੂੰ ਸੌਰਟ ਕਰਨ ਦੇ ਲਈ ਉਹ ਕੈਪੇਬਲ ਹੀ ਨਹੀਂ ਹੈਗੇ। ਨਹੀਂ, ਪਰ ਇਹਦੇ 'ਚ ਕਈ ਲੋਕ ਇਹ ਸਮਝਦੇ ਨੇ ਵੀ ਸੌਖਾ ਜਿਹਾ ਤਰੀਕਾ ਇਹਨਾਂ ਨੇ, ਜਿਵੇਂ ਵਾਰ-ਵਾਰ ਸੁਣਿਆ ਹੋਇਆ, ਅਸੀਂ ਵੀ ਕਈ ਵਾਰ ਇਹ ਕੀਤਾ ਕਿ ਜੀ ਸਾਰੀਆਂ ਇਹਨਾਂ ਬਿਮਾਰੀਆਂ ਦਾ ਹੱਲ ਹੈ ਜੀ ਤੁਸੀਂ ਬਿੱਲ ਬਣਾਈ ਹੋਏ ਜੀ, ਬਿੱਲ ਇਹ ਸਾਰਾ ਕੁਝ ਕਵਰ ਨਹੀਂ ਕਰਦੀ। ਬਿੱਲ ਹੁਣ ਕੈਨੇਡਾ 'ਚ ਇੱਕ ਚੀਜ਼ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਬੜੇ ਫ੍ਰੀ ਕੰਟਰੀ 'ਚ ਬੈਠੇ ਹੋਏ ਹਾਂ, ਅਸੀਂ ਵਿਲ ਬਣਾ ਲਈ। ਸੋ ਵਿਲ ਬਣਾ ਕੇ ਵੀ ਇਨਡਾਇਰੈਕਟਲੀ ਅਸੀਂ ਪ੍ਰੋਵਿੰਸ ਨੂੰ ਰਿਕੁਐਸਟ ਕਰ ਰਹੇ ਹੁੰਦੇ ਹਾਂ ਕਿ ਪਲੀਜ਼ ਜੋ ਅਸੀਂ ਵਿਲ 'ਚ ਲਿਖਿਆ ਉਹਨੂੰ ਉਸ ਤਰੀਕੇ ਨਾਲ ਔਨਰ ਕਰ ਦਿੱਤਾ ਜਾਏ, ਉਸ ਤਰੀਕੇ ਦੇ ਨਾਲ ਉਹ ਚੀਜ਼ ਨੂੰ ਵੰਡ ਦਿੱਤਾ ਜਾਏ। ਉੱਥੇ ਫਿਰ ਪ੍ਰੋਬਲਮ ਹੈ ਕਿ ਇੱਕ ਤਾਂ ਕੈਨੇਡਾ ਹਿਊਮਨ ਰਾਈਟਸ ਨੂੰ ਲੈ ਕੇ ਬੜਾ ਉਹ ਹੈਗੇ ਨੇ ਕਿ ਓਕੇ ਜੀ ਕਿਸੇ ਦਾ ਵੀ ਹੱਕ ਨਹੀਂ ਮਰਨਾ ਚਾਹੀਦਾ। ਤਾਂ ਹੁਣ ਅਗਰ ਉਸ ਵਿਲ ਦੇ ਉੱਤੇ ਫੋਰ ਐਗਜ਼ਾਮਪਲ ਤੁਹਾਡੇ 2 ਬੱਚੇ ਸੀਗੇ, ਤਾਂ ਤੁਹਾਡਾ ਇੱਕ ਬੱਚੇ ਨਾਲ ਜ਼ਿਆਦਾ ਪਿਆਰ ਹੈ, ਤੁਸੀਂ ਇੱਕ ਬੱਚੇ ਨੂੰ ਜ਼ਿਆਦਾ ਕੁਛ ਵਿਲ ਦੇ ਵਿੱਚ ਦੇ ਦਿੱਤਾ, ਦੂਜੇ ਬੱਚੇ ਕੋ ਫੁੱਲ ਲੀਗਲ ਰਾਈਟ ਹੈ, ਅਗਰ ਚਾਹੇ ਤੁਸੀਂ ਵਿਲ ਬਣਾਈ ਵੀ ਹੈ ਉਸ ਨੂੰ ਜਿਹੜਾ ਹੈਗਾ ਚੈਲੰਜ ਕਰ ਸਕਦਾ ਕੋਰਟ ਦੇ ਵਿੱਚ ਕਿ ਮੇਰੇ ਨਾਲ ਜੋ ਹੈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਵਿਲ ਤੁਸੀਂ ਬਣਾ ਦਿੱਤੀ ਬਟ ਉਹ ਉਸੇ ਤਰ੍ਹਾਂ ਹੀ ਜਿਹੜੀ ਪਾਸ ਔਨ ਹੋਏਗੀ, ਉਹ ਡਿਪੈਂਡ ਕਰਦਾ ਹੈਗਾ ਕਿਉਂਕਿ ਉਹ ਦੂਜਾ ਬੱਚਾ ਅਗਰ ਚੈਲੰਜ ਕਰ ਰਿਹਾ ਔਰ ਕੋਰਟ ਨੇ ਇਹ ਦੇਖਣਾ ਕਿ ਹਾਂ ਉਹਦਾ ਰਾਈਟ 'ਤੇ ਬਣਦਾ ਹੈ, ਉਸ ਦੇ ਫੁੱਲੀ ਚਾਂਸਿਸ ਨੇ ਕਿ ਉਹ ਚੀਜ਼ 'ਚ ਆਪਣਾ ਹਿੱਸਾ ਲੈ ਕੇ ਜਾ ਸਕਦਾ ਹੈ। ਤਾਂ ਵਿਲ ਦਾ ਮਤਲਬ ਇਹ ਨਹੀਂ ਕਿ ਜੋ ਤੁਸੀਂ ਲਿਖ ਦਿੱਤਾ ਸਾਰਾ ਉਸੇ ਤਰ੍ਹਾਂ ਹੀ ਹੋਣਾ। ਸੋ ਇਸੇ ਕਰਕੇ ਹੁੰਦਾ ਕਿ ਪਹਿਲਾਂ ਹੀ ਆਪਣੇ ਜਿਹੜੇ ਫੈਮਿਲੀ ਡਿਸਪਿਊਟ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਪਹਿਲੇ ਆਪਣੇ ਹੁੰਦੇ ਅਗਰ ਤੁਸੀਂ ਸੈਟਲ ਕਰ ਜਾਂਦੇ ਹੋ ਠੀਕ ਹੈ, ਅਦਰਵਾਈਜ਼ ਵਿਲ ਹੋਣ ਦੇ ਬਾਵਜੂਦ ਵੀ ਜਿਹੜਾ ਪਰਸਨ ਹੈਗਾ ਉਹ ਹੱਕਦਾਰ ਹੁੰਦੇ ਤੁਹਾਡੇ ਫੈਮਿਲੀ ਮੈਂਬਰ ਕਲੇਮ ਕਰਨ ਦੇ। ਦੂਸਰੀ ਚੀਜ਼, ਅਗਰ ਤੁਹਾਡੇ 'ਤੇ ਕੋਈ ਡਿਪੈਂਡੈਂਟ ਹੈ, ਤੁਸੀਂ ਉਹਨੂੰ ਵਿਲ ਦੇ ਵਿੱਚ ਕੁਛ ਵੀ ਨਹੀਂ ਦਿੱਤਾ ਹੈਗਾ, ਉਹ ਪਰਸਨ ਵੀ ਫੁੱਲੀ ਐਲੀਜੀਬਲ ਹੈਗਾ ਕਿ ਉਹ ਵਿਲ ਨੂੰ ਜਿਹੜਾ ਚੈਲੰਜ ਕਰ ਸਕਦਾ ਕਿ ਜੀ ਨਹੀਂ ਜੀ ਮੈਂ ਤਾਂ ਇਹਨਾਂ 'ਤੇ ਡਿਪੈਂਡੈਂਟ ਸੀਗਾ, ਇਹਨਾਂ ਨੇ ਮੈਨੂੰ ਕੁਝ ਦਿੱਤਾ ਨਹੀਂ ਹੈਗਾ, ਤਾਂ ਉਹ ਪਰਸਨ ਕੋਰਟ ਦੇ ਵਿੱਚ ਕਲੇਮ ਕਰ ਸਕਦਾ ਹੈਗਾ। ਵਿਲ ਮੰਨਿਆ ਬੰਦੇ ਨੇ ਬਣਾਈ ਹੋਈ ਹੈ, ਪਰ ਤੁਹਾਡੇ ਬਿਜ਼ਨਸ 'ਤੇ ਕਿਵੇਂ ਵਰਕ ਕਰੇਗੀ? ਫਿਰ ਬਿਜ਼ਨਸ ਵਿਲ ਅਲੱਗ ਹੁੰਦੀ ਹੈ। ਸੋ ਇੱਕ ਪਰਸਨ ਇੱਕ ਤੋਂ ਜ਼ਿਆਦਾ ਵਿਲ ਬਣਾ ਸਕਦਾ ਹੈ। ਪਰਸਨਲ ਵਿਲ ਹੈ, ਤੁਹਾਡੀ ਬਿਜ਼ਨਸ ਦੀ ਵਿਲ ਹੈ। ਹੁਣ ਕਿਸੇ ਬੰਦੇ ਦੀਆਂ ਫੋਰ ਐਗਜ਼ਾਮਪਲ ਕਿਸੇ ਹੋਰ ਕੰਟਰੀ 'ਚ ਪ੍ਰੋਪਰਟੀਜ਼ ਨੇ, US 'ਚ ਲਗਾ ਲਓ ਜਾਂ ਕਿਤੇ ਵੀ ਹੈ, ਉਹਦੇ ਲਈ ਉਹ ਅਲੱਗ ਵਿਲ ਹੋਏਗੀ। ਹਰ ਪ੍ਰੋਵਿੰਸ ਦਾ ਰੂਲ ਅਲੱਗ ਹੈ। ਅੰਟੇਰੀਓ ਦੇ ਰੂਲ ਅਲੱਗ ਨੇ, ਇੱਥੋਂ ਦੀਆਂ ਪ੍ਰੋਬੇਟ ਫੀਸ ਅਲੱਗ ਨੇ, ਦੂਸਰੇ ਪ੍ਰੋਵਿੰਸ ਦੀਆਂ ਅਲੱਗ ਨੇ। ਸੋ ਅਗਰ ਤੁਹਾਡੀਆਂ ਅਲੱਗ-ਅਲੱਗ ਪ੍ਰੋਵਿੰਸ ਦੇ ਵਿੱਚ ਵੀ ਪ੍ਰੋਪਰਟੀਜ਼ ਨੇ ਤਾਂ ਬੈਟਰ ਜਿਹੜੀ ਸੁਜੈਸ਼ਨ ਇਹੀ ਹੈ ਕਿ ਅਲੱਗ-ਅਲੱਗ ਵਿਲ ਬਣਾਓ। ਜਿਵੇਂ ਤੁਸੀਂ ਦੱਸਿਆ ਬਿੱਲ ਸਿਰਫ ਇਹ ਕਹਿ ਰਹੀ ਹੈ ਕਿ ਮੇਰੀ ਪ੍ਰਾਪਰਟੀ ਇਸ ਨੂੰ ਜਾਏ, ਰਿਕੁਐਸਟ ਕਰ ਰਹੀ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਟਰਾਂਸਫਰ ਦੇ ਟੈਕਸ ਵੀ ਬਚ ਜਾਣਗੇ। ਨਹੀਂ, ਵਿਲ ਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਚੀਜ਼ਾਂ ਤੋਂ ਪ੍ਰੋਬੇਟ ਤੋਂ ਕੁਝ ਚੀਜ਼ਾਂ ਨੂੰ ਬਚਾ ਰਹੇ ਹੋ। ਜਦੋਂ ਪਰਸਨ ਦੀ ਡੈਥ ਹੁੰਦੀ ਹੈ 2 ਚੀਜ਼ਾਂ ਨੇ, ਇੱਕ ਤਾਂ ਤੁਹਾਨੂੰ ਪ੍ਰੋਬੇਟ ਫੀਸ ਲੱਗਦੀ ਹੈ, ਦੂਜਾ ਜਿਹੜੇ ਕੈਪੀਟਲ ਗੇਨ ਦੇ ਟੈਕਸਿਸ ਵਗੈਰਾ ਨੇ ਉਹ ਲੱਗਦੇ ਨੇ।
ਵਿਲ ਤੁਹਾਡੀ ਇੱਕ ਚੀਜ਼ 'ਚ ਹੈਲਪ ਕਰ ਦਿੰਦੀ ਹੈ ਕਿ ਤੁਹਾਡੀ ਪ੍ਰੋਬੇਟ ਫੀਸ ਬਚਾ ਦਿੰਦੀ ਹੈ। ਫੋਰ ਐਗਜ਼ਾਮਪਲ ਤੁਹਾਡੇ ਐਸਟ ਜਿਹੜੇ ਨੇ ਤੁਸੀਂ ਮੈਂਸ਼ਨ ਕਰ ਦਿੱਤਾ ਕਿਉਂਕਿ ਮੇਰੀ ਫਲਾਨੀ ਪ੍ਰੋਪਰਟੀ ਇਸ ਬੰਦੇ ਕੋ ਜਾਏ ਜਾਂ ਮੇਰਾ ਇਹ ਕਾਟੇਜ ਹੈ ਮੇਰੇ ਕੋਲ ਜਾਂ ਮੇਰੇ ਕੋਲ ਇਹ ਕਾਰ ਹੈ, ਇਹ ਚੀਜ਼ ਇਸ ਚੀਜ਼ ਕੋ ਜਾਏ, ਉਹ ਜਿਹੜੀ ਚੀਜ਼ ਵਿਲ 'ਚ ਮੈਂਸ਼ਨ ਹੋ ਗਈ ਉਹ ਪ੍ਰੋਬੇਟ ਦੇ ਵਿੱਚ ਨਹੀਂ ਪੈਂਦੀ। ਅਦਰ ਦੈਨ ਦੈਟ ਬਾਕੀ ਸਾਰੀਆਂ ਜਿਹੜੇ ਤੁਹਾਡੇ ਐਸਟ ਨੇ ਪ੍ਰੋਬੇਟ 'ਚ ਚਲੇ ਜਾਂਦੇ ਨੇ। ਔਰ ਅੰਟੇਰੀਓ ਦੇ ਵਿੱਚ ਅਗਰ ਤੁਹਾਡੀ ਐਸਟ ਵੈਲਿਊ ਮੋਰ ਦੈਨ 50,000 ਹੋ ਗਈ, 50,000 ਤੋਂ ਉੱਪਰ, ਉਸ ਤੋਂ ਉੱਪਰ ਜਿੰਨਾ ਵੀ ਅਮਾਊਂਟ ਹੈ ਪਰ 1000 ਦੇ ਪਿੱਛੇ $15 ਦੀ ਪ੍ਰੋਬੇਟ ਫੀਸ ਹੈ। ਅੱਛਾ, ਤੋ ਜਿੰਨੇ ਜ਼ਿਆਦਾ ਐਸਟ ਚਲੇ ਜਾਣਗੇ ਤੁਹਾਡੇ ਜਿਹੜੇ ਹੈਗੇ ਆ ਉਹ ਅਸਟੇਟ ਦੇ ਵਿੱਚ 50,000 ਤੋਂ ਉੱਤੇ 50,000 ਤੋਂ 50,000 ਤੋਂ ਬਹੁਤ ਛੋਟੀ ਅਮਾਊਂਟ ਹੈ ਮੋਸਟਲੀ। ਹਾਂ, ਮੋਸਟਲੀ ਇਹਦੇ ਵਿੱਚ ਜਿਹੜੇ ਬਿਲੋ 50,000 ਆ ਉਹ ਹੀ ਹੈ ਜਿਨ੍ਹਾਂ ਕੋਲ ਇੱਕ ਪ੍ਰਿੰਸੀਪਲ ਹੋਮ ਹੈ, ਆਪਣਾ ਛੋਟਾ ਮੋਟਾ ਆਪਣਾ ਕੰਮ ਕਰਦੇ ਨੇ ਜਿਨ੍ਹਾਂ ਨੇ ਸੋ ਉਹ ਤੋਂ ਬਿਲੋ ਰਹਿ ਜਾਂਦੇ ਨੇ। ਅਦਰ ਦੈਨ ਜਿਹੜੇ ਜਿਨ੍ਹਾਂ ਦੀ ਵੀ 50,000 ਤੋਂ ਉੱਪਰ ਸਟੇਟ ਵੈਲਿਊ ਚਲੇਗੀ ਉਹਨਾਂ ਨੂੰ ਹਰ $1,000 ਦੇ ਪਿੱਛੇ $15 ਦੀ ਜਿਹੜੀ ਪ੍ਰੋਬੇਟ ਦੇਣੀ ਪੈਂਦੀ ਹੈ। ਸੋ ਵਿਲ ਥੋੜ੍ਹੀ ਪ੍ਰੋਬੇਟ ਤੁਹਾਡੀ ਸੇਵ ਕਰ ਜਾਂਦੀ ਹੈ ਜਦੋਂ ਤੁਸੀਂ ਉਹ ਚੀਜ਼ਾਂ ਵਿਲ 'ਚ ਮੈਂਸ਼ਨ ਕਰ ਦਿੰਦੇ ਹੋ ਜੀ। ਅਤੇ ਫਿਰ ਜਿਹੜਾ ਇਹ ਹੁਣ ਸਿਨੈਰੀਓ ਹੈ ਇਹਦੇ 'ਚ ਹੁਣ ਕੰਪਲੀਕੇਟਡ ਹੋ ਗਿਆ ਥੋੜ੍ਹਾ ਜਿਹਾ ਕੰਮ ਜੀ। ਪਾਰਟਨਰਸ਼ਿਪ ਹੋ ਗਈ, ਇਹ ਕਾਰਪੋਰੇਸ਼ਨ ਹੋ ਗਈ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਫਿਰ ਕਿਵੇਂ ਸਾਰਾ ਕੁਛ ਇਹ ਮਤਲਬ ਈਵਨ ਫਿਰ ਮੈਨੂੰ ਕਈ ਵਾਰ ਇਸ ਪੱਖ ਤੋਂ ਦੇਖੀਏ ਈਵਨ ਜਿਹੜੇ ਮੈਰਿਜ ਡਿਸਪਿਊਟ ਨੇ ਜੀ ਉਹ ਵੀ ਅਸਲ 'ਚ ਇੰਨੇ ਜ਼ਿਆਦਾ ਗੰਦੇ ਅਤੇ ਇੰਨੇ ਕੰਪਲੀਕੇਟਡ ਨਾ ਹੋਣ ਜੇ ਪ੍ਰੋਪਰਟੀਆਂ ਦੀ ਵੰਡ ਨਾ ਹੋਏ। ਹਿਊਮਨ ਲਾਈਫ ਸਭ ਤੋਂ ਵੱਡੀ ਪ੍ਰੋਬਲਮ ਹੀ ਪੈਸਾ ਹੈ। ਸੋ ਲਗਜ਼ਰੀ ਲਾਈਫ ਵੀ ਇਸੇ ਕਰਕੇ ਹੈ ਅਤੇ ਕੰਪਲੀਕੇਸ਼ਨਸ ਵੀ ਇਸੇ ਕਰਕੇ ਨੇ। ਹੁਣ ਜਦੋਂ ਕੈਨੇਡਾ ਦਾ ਲੇਟੈਸਟ ਸਟੈਟਸ ਵੀ ਬੜਾ ਡੇਂਜਰਸ ਹੈ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਡਿਵੋਰਸ ਰੇਸ਼ੋ 48% ਹੈ, ਯਾਨੀ ਕਿ ਆਲਮੋਸਟ ਆਉਣ ਵਾਲੀ ਅੱਧੀ ਜਨਰੇਸ਼ਨ ਤੋਂ ਆਉਣ ਵਾਲੀ ਜਿਹੜੀ ਨੈਕਸਟ ਜਨਰੇਸ਼ਨ ਹੈ ਤੁਸੀਂ ਪਹਿਲਾਂ ਹੀ ਮੰਨ ਕੇ ਚੱਲੋ ਕਿ 50% ਚਾਂਸਿਸ ਨੇ ਕਿ ਉਹਨਾਂ ਦੀ ਜਿਹੜੀ ਮੈਰਿਜ ਲਾਈਫ ਹੈ ਉਹ ਸਕਸੈਸਫੁਲ ਹੋਏਗੀ, 50% ਚਾਂਸਿਸ ਨੇ ਕਿ ਡਿਵੋਰਸ ਹੋਊਗਾ। ਸੋ ਡਿਵੋਰਸ ਦੇ ਵਿੱਚ ਬਹੁਤ ਕੰਪਲੀਕੇਸ਼ਨਸ ਆਉਂਦੀਆਂ ਨੇ। ਜਦੋਂ ਉਸ ਤੋਂ ਬਾਅਦ ਸੈਕਿੰਡ ਮੈਰਿਜ ਹੋ ਜਾਂਦੀ ਹੈ, ਸੈਕਿੰਡ ਮੈਰਿਜ ਤੋਂ ਬਾਅਦ ਉਹਦੇ 'ਚ ਬੱਚੇ ਹੋ ਜਾਂਦੇ ਨੇ, ਪਹਿਲੀ ਮੈਰਿਜ ਦੇ ਬੱਚੇ ਨੇ, ਇਹ ਚੀਜ਼ਾਂ ਐਟ ਦਾ ਟਾਈਮ ਆਫ ਡੈਥ ਬਹੁਤ ਵੱਡਾ ਮੈਸ ਕ੍ਰੀਏਟ ਕਰਦੀਆਂ ਨੇ ਅਗਰ ਪਰਸਨ ਨੇ ਵਿਲ ਨਹੀਂ ਬਣਾਈ ਹੋਈ, ਕਿਉਂਕਿ ਸਾਰੇ ਬੱਚਿਆਂ ਦਾ ਇਕੁਅਲ ਰਾਈਟ ਹੈ। ਈਵਨ ਅਗਰ ਸਪਾਊਸ ਨੂੰ ਤੁਸੀਂ ਹਰ ਮੰਥਲੀ ਤੁਸੀਂ ਉਹਨਾਂ ਦੀ ਉਹ ਡਿਪੈਂਡੈਂਟ ਨੇ ਤੁਹਾਡੇ ਉੱਪਰ, ਉਹਨਾਂ ਨੂੰ ਤੁਸੀਂ ਪੈਸੇ ਦੇ ਰਹੇ ਹੈਗੇ ਹੋ, ਉਹਨਾਂ ਦਾ ਰਾਈਟ ਬਣਦਾ ਤੁਹਾਡੇ 'ਤੇ ਡਿਪੈਂਡੈਂਟ ਨੇ, ਤਾਂ ਉਹ ਕਲੇਮ ਕਰ ਸਕਦੇ ਹੁੰਦੇ ਨੇ ਤੁਹਾਡੀ ਪ੍ਰੋਪਰਟੀਜ਼ ਦੇ ਉੱਤੇ, ਤੁਹਾਡੇ ਐਸੈਟਸ ਦੇ ਉੱਤੇ। ਸੋ ਇਹਨਾਂ ਚੀਜ਼ਾਂ ਨੂੰ ਅਗਰ ਤੁਸੀਂ ਵਿਲ ਦੇ ਵਿੱਚ ਪ੍ਰੋਪਰਲੀ ਮੈਂਸ਼ਨ ਕਰਦੇ ਹੋ, ਪ੍ਰੋਪਰਲੀ ਤੁਸੀਂ ਆਪਣੀ ਵਿਲ ਤਿਆਰ ਕਰਦੇ ਹੋ ਤਾਂ ਤੁਸੀਂ ਕਾਫੀ ਹੱਦ ਤੱਕ ਸੇਵ ਹੋ ਜਾਂਦੇ ਹੋ। ਪਰ ਅੱਜ ਕੱਲ੍ਹ ਸ਼ਮੀਲ ਜੀ ਨਿਊ ਟਰੈਂਡ ਕਹਿ ਲਾਂ ਜਾਂ ਮੈਂ ਫਿਊਚਰ ਦੇ ਵਿੱਚ ਨਿਊ ਨੋਰਮ ਹੋਊਗਾ ਕੰਟਰੈਕਟ ਮੈਰਿਜ। ਸੋ ਬਹੁਤ ਮੇਰੇ ਖੁਦ ਦੇ ਵੀ ਕਈ ਕਲਾਇੰਟ ਨੇ ਜਿਹੜੇ ਇਹ ਪ੍ਰੋਸੈਸ ਦੇ ਵਿੱਚੋਂ ਲੰਘੇ ਨੇ। ਸੋ ਕੰਟਰੈਕਟ ਮੈਰਿਜ ਜਿਹੜੀ ਅੱਜ ਆਉਣ ਵਾਲੇ ਟਾਈਮ ਦਾ ਇੱਕ ਬੜਾ ਕਾਮਨ ਜਿਹੜਾ ਉਹ ਟੌਪਿਕ ਹੋਏਗਾ ਕਿ ਮੈਰਿਜ ਤੋਂ ਪਹਿਲਾਂ ਬੱਚੇ ਕੰਟਰੈਕਟ ਕਰਨਗੇ, ਕਿਉਂਕਿ ਇਹ ਚੀਜ਼ ਤੁਹਾਡੀ ਜਿਹੜੀ ਆਉਣ ਵਾਲੀ ਲਾਈਫ 'ਚ ਅਗਰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਡਿਵੋਰਸ ਹੁੰਦਾ, ਉਸ ਟਾਈਮ 'ਤੇ ਜਿਹੜੀ ਲੀਗਲ ਫਾਈਟ ਹੁੰਦੀ ਹੈ ਉਹਦੇ ਤੋਂ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਸੇਫ ਹੋ ਜਾਂਦੀਆਂ ਨੇ। ਕੰਟਰੈਕਟ ਮੈਰਿਜ ਦੇ ਵਿੱਚ ਆਲਰੇਡੀ ਪਹਿਲਾਂ ਹੀ ਮੈਂਸ਼ਨ ਹੋਊਗਾ ਕਿ ਮੇਰੀ ਚੀਜ਼ 'ਤੇ ਤੁਹਾਡਾ ਰਾਈਟ ਨਹੀਂ, ਤੁਹਾਡੀ ਚੀਜ਼ 'ਤੇ ਮੇਰਾ ਰਾਈਟ ਨਹੀਂ, ਜੋ ਵੀ ਉਹ ਕੰਟਰੈਕਟ ਦੀ ਲੀਗਲ ਵਰਡਿੰਗ ਕੰਮ ਸ਼ੁਰੂ ਤੋਂ ਹੀ ਬਿਲਕੁਲ ਸਿੱਧਾ ਕਿ ਬਾਅਦ ਵਿੱਚ ਕੰਪਲੀਕੇਸ਼ਨਸ ਆਉਣ ਤੋਂ ਪਹਿਲਾਂ ਹੀ ਕਿ ਤੁਹਾਡਾ ਹੈ, ਮੇਰਾ ਹੈ। ਸੋ ਸਪੈਸ਼ਲੀ ਜਿਨ੍ਹਾਂ ਦੇ ਬਿਜ਼ਨਸ ਬਹੁਤ ਵੱਡੇ ਨੇ, ਹੁਣ ਕਈ ਜਿਨ੍ਹਾਂ ਨੇ ਬੜੇ ਵੱਡੇ ਬਿਜ਼ਨਸ ਖੜੇ ਕੀਤੇ ਨੇ, ਬੱਚਿਆਂ ਨੂੰ ਅੱਗੇ ਟਰਾਂਸਫਰ ਕਰਨੇ ਨੇ, ਅਗਰ ਕੱਲ੍ਹ ਨੂੰ ਉਹਨਾਂ ਦੀ ਮੈਰਿਜ ਸਕਸੈਸਫੁਲ ਨਹੀਂ ਹੁੰਦੀ ਤਾਂ ਸਪਾਊਸ ਦਾ ਰਾਈਟ ਬਣਦਾ ਉਹਦੇ 'ਤੇ। ਤਾਂ ਇਹ ਚੀਜ਼ਾਂ ਆਉਣ ਵਾਲੇ ਟਾਈਮ 'ਚ ਬੜੀਆਂ ਕਾਮਨ ਹੋਣੀਆਂ ਨੇ। ਜਦੋਂ ਇਹ ਮੂਰਤੀ ਕਹਿੰਦੇ ਤਾਂ ਫਿਰ ਗਰੀਬਾਂ ਦੇ ਵਿਆਹ ਹੋਏਗਾ ਜਦ ਪਰ ਉਹ ਵੀ ਡਿਪੈਂਡ ਕਰਦਾ ਨਾ ਸੈਟਲ ਉਹ ਚੀਜ਼ ਸਕਸੈਸਫੁਲ ਹੋਣੀ ਹੈ ਜਾਂ ਨਹੀਂ ਹੋਣੀ, ਕਿਉਂਕਿ ਜਿਹੜਾ ਪੈਸਾ ਹੈ ਨਾ ਉਸ ਚੀਜ਼ ਨੇ ਰਿਸ਼ਤੇ ਖਰਾਬ ਵੀ ਬਹੁਤ ਕੀਤੇ ਨੇ ਔਰ ਜਸਟ ਲਾਲਚ ਕਰਕੇ ਰਿਸ਼ਤੇ ਬਣੇ ਵੀ ਬਹੁਤ ਨੇ। ਸੋ ਇਹਨਾਂ ਚੀਜ਼ਾਂ ਨੂੰ ਜਿੰਨਾ ਤੁਸੀਂ ਲੀਗਲ ਤਰੀਕੇ ਦੇ ਨਾਲ ਲੈ ਕੇ ਚੱਲੋਗੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਆਉਣ ਵਾਲੀ ਜਿਹੜੀ ਲਾਈਫ ਆਪਣੀ ਵੀ ਸਮੂਥ ਰਹੇਗੀ ਅਤੇ ਬੱਚਿਆਂ ਦੀ ਵੀ, ਔਰ ਜੋ ਤੁਸੀਂ ਐਸਟ ਖੜੇ ਕੀਤੇ ਨੇ, ਬਣਾਏ ਨੇ, ਉਹ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਡਿਸਟਰੀਬਿਊਟ ਵੀ ਹੋਣਗੇ। ਸਿਮਰਨ ਜੀ, ਜਿਵੇਂ ਹੁਣ ਅੱਜ ਕੱਲ੍ਹ ਇੱਕ ਟਰੈਂਡ ਹੈ ਜੀ, ਹਾਊਸਿੰਗ ਮਹਿੰਗੀ ਹੋ ਗਈ ਹੈ, ਇਹਦੇ ਕਰਕੇ ਲੋਕ ਅਫੋਰਡ ਨਹੀਂ ਕਰ ਰਹੇ ਕਿ ਜੁਆਇੰਟ ਸਾਂਝੇ ਘਰ ਲੈ ਰਹੇ ਨੇ। ਹਾਂਜੀ। ਅੱਛਾ, ਹੁਣ ਸੱਦਾ ਤੇ ਪਤਾ ਨਹੀਂ ਕਿਹੜੀ ਘੜੀ ਆ ਜੇ, ਕਿਸੇ ਨੂੰ ਵੀ ਆ ਸਕਦਾ। ਇਸ ਚੀਜ਼ ਨੂੰ ਹੁਣ ਲਾਈਫ ਦੀ ਕੌੜੀ ਸੱਚਾਈ ਹੈ, ਮੰਨ ਕੇ ਚੱਲਣਾ ਚਾਹੀਦਾ। ਬਿਲਕੁਲ। ਅਤੇ ਉਹਦੇ 'ਚ ਫਿਰ ਕੰਪਲੀਕੇਸ਼ਨਸ ਆ ਸਕਦੀਆਂ ਨੇ, ਉਹ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਉਹਦੇ 'ਚ ਆ ਸਕਦੀਆਂ ਨੇ ਜਾਂ ਆ ਰਹੀਆਂ ਨੇ? ਬਿਲਕੁਲ ਸ਼ਮੀਲ ਜੀ, ਉਹਦੇ 'ਚ ਕੰਪਲੀਕੇਸ਼ਨਸ ਆ ਸਕਦੀ ਹੈ ਅਗਰ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਰਜਿਸਟ੍ਰੇਸ਼ਨ ਨਹੀਂ ਕੀਤੀ। ਸੋ ਬੇਸਿਕਲੀ ਕੀ ਹੁੰਦਾ, ਜਦੋਂ ਤੁਸੀਂ ਘਰ ਲੈਂਦੇ ਹੋ, ਮੰਨ ਲਓ ਕਿ ਹਸਬੈਂਡ ਵਾਈਫ ਘਰ ਲੈ ਰਹੇ ਨੇ, ਤਾਂ ਮੋਸਟਲੀ ਜਿਹੜੀ ਉਹਦੀ ਓਨਰਸ਼ਿਪ ਹੈ ਉਹ ਹੁੰਦੀ ਹੈ ਜੁਆਇੰਟ ਓਨਰਸ਼ਿਪ।
ਵਿਦ ਦ ਰਾਈਟ ਆਫ ਸਰਵਾਈਵਰਸ਼ਿਪ, ਕਿ ਦੋਨਾਂ ਦੇ ਵਿੱਚੋਂ ਅਗਰ ਇੱਕ ਨੂੰ ਕੁਝ ਹੋ ਗਿਆ ਤਾਂ ਆਟੋਮੈਟਿਕਲੀ ਜਿਹੜੀ ਓਨਰਸ਼ਿਪ ਹੈ ਉਹ ਸੈਕਿੰਡ ਪਰਸਨ ਕੋ ਚਲੇ ਜਾਏਗੀ। ਬਟ ਜਦੋਂ ਤੁਸੀਂ ਕਿਸੇ ਰਿਲੇਟਿਵ ਨਾਲ ਜਾਂ ਬ੍ਰਦਰ ਸਿਸਟਰ ਦੇ ਨਾਲ, ਕਿਸੇ ਫਰੈਂਡ ਦੇ ਨਾਲ ਘਰ ਲੈ ਰਹੇ ਹੋ, ਤਾਂ ਮੇਕ ਸ਼ੋਰ ਕਿ ਤੁਹਾਡੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਐਜ਼ ਅ ਟੈਨੈਂਟ ਇਨ ਕਾਮਨ। ਮੀਨ ਕਿ ਇਕੁਅਲ ਰਾਈਟ ਦੋਨਾਂ ਦਾ, 50% ਮੇਰਾ ਸ਼ੇਅਰ ਹੈ, 50% ਜਿਹੜਾ ਤੁਹਾਡਾ ਸ਼ੇਅਰ ਹੈ। ਅਗਰ ਮੈਨੂੰ ਕੁਝ ਹੁੰਦਾ ਤਾਂ ਮੇਰਾ 50% ਸ਼ੇਅਰ ਜਿਹੜਾ ਹੈ ਮੇਰੇ ਤੋਂ ਬਾਅਦ ਅਕੋਰਡਿੰਗ ਟੂ ਮਾਈ ਵਿਲ ਕਿ ਮੇਰੀ ਫੈਮਿਲੀ, ਮੇਰੇ ਬੱਚਿਆਂ ਨੂੰ ਜਾਏਗਾ ਜਾਂ ਮੇਰੇ ਵਾਈਫ ਨੂੰ ਜਾਏਗਾ। ਅਦਰਵਾਈਜ਼ ਅਗਰ ਤੁਸੀਂ ਉਸ ਜਿਹੜੀ ਤੁਹਾਡੀ ਤੁਸੀਂ ਇਕੱਠੀ ਪ੍ਰੋਪਰਟੀ ਲਈ ਸੀ ਉਹਦੀ ਜਿਹੜੀ ਓਨਰਸ਼ਿਪ ਹੈ, ਅਗਰ ਉਹ ਵੀ ਜੁਆਇੰਟ ਓਨਰਸ਼ਿਪ ਹੋਗੀ, ਲਾਈਕ ਜਿਸ ਤਰ੍ਹਾਂ ਅਸੀਂ ਹਸਬੈਂਡ ਵਾਈਫ ਪਾਲਿਸੀ ਨਹੀਂ ਪ੍ਰੋਪਰਟੀ ਲੈਂਦੇ ਹਾਂ, ਤਾਂ ਉਸ ਕੇਸ ਦੇ ਵਿੱਚ ਜਿਸ ਤਰ੍ਹਾਂ ਉਹ ਓਨਰਸ਼ਿਪ ਹੈਗੀ ਹੈ, ਤਾਂ ਅਗਰ ਤੁਸੀਂ ਸੇਮ ਓਨਰਸ਼ਿਪ ਜਿਹੜੀ ਹੈਗੀ ਹੈ ਅਗਰ ਆਪਣੀ ਫਰੈਂਡ ਦੇ ਨਾਲ ਓਨਰਸ਼ਿਪ ਸੇਮ ਦੇ ਵਿੱਚ ਤੁਸੀਂ ਪ੍ਰੋਪਰਟੀ ਲੈ ਲਈ ਤਾਂ ਉੱਥੇ ਪ੍ਰੋਬਲਮ ਆ ਜਾਣੀ ਹੈ, ਕਿਉਂਕਿ ਉੱਥੇ ਅਗਰ ਇੱਕ ਪਰਸਨ ਦੀ ਡੈਥ ਹੋਈ ਤਾਂ ਦੂਸਰੇ ਪਰਸਨ ਨੂੰ ਆਟੋਮੈਟਿਕਲੀ ਫੁੱਲ ਰਾਈਟ ਮਿਲ ਜਾਣਾ ਹੈਗਾ ਪ੍ਰੋਪਰਟੀ ਦਾ। ਤੋ ਇਹ ਚੀਜ਼ ਤੁਸੀਂ ਆਪਣੇ ਲਾਇਰ ਨਾਲ ਡਿਸਕਸ ਕਰਨੀ ਹੁੰਦੀ ਹੈ। ਅਗਰ ਤੁਹਾਡੀਆਂ ਜੁਆਇੰਟ ਪ੍ਰੋਪਰਟੀਜ਼ ਹੈਗੀਆਂ ਨੇ ਤਾਂ ਮੇਕ ਸ਼ੋਰ ਕਿ ਉਹਨਾਂ ਦੀ ਜਿਹੜੀ ਓਨਰਸ਼ਿਪ ਹੈ ਉਹ ਜੁਆਇੰਟ ਓਨਰਸ਼ਿਪ ਹੈ ਵਿਦ ਦ ਰਾਈਟ ਆਫ ਸਰਵਾਈਵਰਸ਼ਿਪ, ਜਾਂ ਉਹ ਜਿਹੜੀ ਹੈ ਟੈਨੈਂਟ ਇਨ ਕਾਮਨ ਹੈਗੀ ਹੈ। ਅਦਰਵਾਈਜ਼ ਐਟ ਦਾ ਟਾਈਮ ਆਫ ਡੈਥ ਫਿਰ ਉਹ ਸੇਮ ਲੀਗਲ ਫਾਈਟ ਕਿ ਤੁਹਾਨੂੰ ਪ੍ਰੂਫ ਦੇਣਾ ਪੈਣਾ ਤੁਹਾਡੀ ਫੈਮਿਲੀ ਨੂੰ, ਪਿੱਛੇ ਬੱਚਿਆਂ ਨੂੰ, ਤੁਹਾਡੇ ਸਪਾਊਸ ਨੂੰ ਕਿ ਇਹ ਪ੍ਰੋਪਰਟੀ ਜਿਹੜੀ ਹੈਗੀ ਹੈ ਤੁਸੀਂ ਇਕੱਠੇ ਲਈ ਸੀਗੀ। ਫਿਰ ਉਹ ਲੀਗਲ ਫਾਈਟ 'ਚ ਜਾਏਗਾ, ਉਸ ਚੀਜ਼ ਨੂੰ ਟਾਈਮ ਲੱਗੇਗਾ। ਇਹਦੇ ਨਾਲੋਂ ਬੈਟਰ ਹੈ ਕਿ ਅਪਫਰੰਟ ਜਦੋਂ ਤੁਸੀਂ ਪ੍ਰੋਪਰਟੀ ਬਾਈ ਕਰ ਰਹੇ ਹੋ ਇਸ ਚੀਜ਼ ਦਾ ਤੁਹਾਨੂੰ ਪਹਿਲਾਂ ਹੀ ਪਤਾ ਹੋਏ ਕਿ ਤੁਹਾਡੀ ਓਨਰਸ਼ਿਪ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਰਜਿਸਟਰ ਹੋਈ ਹੈ। ਸੋ ਇਹ 3-4 ਸਿਨੈਰੀਓ ਹੋ ਗਏ। ਤੁਸੀਂ ਪਹਿਲੀ ਗੱਲ ਜਿਵੇਂ ਫੈਮਿਲੀ ਤੋਂ ਹੀ ਸ਼ੁਰੂ ਕੀਤਾ ਸੀ ਜੀ, ਉੱਥੇ ਤੁਸੀਂ ਕੰਟਰੈਕਟ ਮੈਰਿਜ ਦੀ ਗੱਲ ਕਰੋ। ਸਭ ਤੋਂ ਵੱਧ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਪ੍ਰਾਪਰਟੀਆਂ ਦੀ ਵੰਡ ਨੂੰ ਲੈ ਕੇ ਆਉਂਦੀ ਹੈ ਜੀ। ਸੋ ਉਹਦਾ ਸਹੀ ਇੰਤਜ਼ਾਮ ਕੀ ਹੋ ਸਕਦਾ ਜੀ। ਫਿਰ ਜਿਹੜੇ ਬਿਜ਼ਨਸਿਸ ਨੇ ਉਹਨਾਂ ਦਾ ਕੀ ਕਰਨਾ, ਜਿਹੜੀ ਪਾਰਟਨਰਸ਼ਿਪ ਨੇ ਜਿਵੇਂ ਜੁਆਇੰਟ ਮਿਲ ਕੇ ਪ੍ਰਾਪਰਟੀਆਂ ਖਰੀਦੀਆਂ ਨੇ ਇਹਨਾਂ ਦਾ ਕੀ ਹੋਣਾ, ਇਹ ਸਾਰੀ ਚੀਜ਼ਾਂ ਬਾਰੇ ਜ਼ਿਆਦਾ ਡਿਟੇਲਡ ਇਨਫੋਰਮੇਸ਼ਨ ਤਾਂ ਹਰ ਕੋਈ ਆਪੋ ਆਪਣੇ ਲਾਇਰ ਤੋਂ ਲੈ ਸਕਦਾ। ਬਿਲਕੁਲ ਬਿਲਕੁਲ ਜੀ। ਤੇ ਸਿਰਫ ਇਹੀ ਹੈ ਕਿ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸਾਡਾ ਤਾਂ ਮਕਸਦ ਇੰਨਾ ਕੀ ਹੈ। ਬਿਲਕੁਲ। ਹੁਣ ਅਗਲਾ ਜਿਹੜਾ ਸਵਾਲ ਹੈ ਜਿਹਦੇ ਕਰਕੇ ਤੁਸੀਂ ਇੱਥੇ ਹੋ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜੋ ਇਨਵੋਲਵ ਨੇ, ਖਰਚੇ, ਜੋ ਟੈਕਸਸ ਤੇ ਸਾਰਾ ਕੁਛ ਜੀ, ਉਹਨਾਂ ਨੂੰ ਇੰਸ਼ੋਰੈਂਸ ਕਿਵੇਂ ਕਵਰ ਕਰਦੀ ਹੈ? ਜਦੋਂ ਅਸੀਂ ਗੱਲ ਕਰਦੇ ਹਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਸ਼ਮੀਲ ਜੀ, ਉਸ ਲਈ ਇੰਸ਼ੋਰੈਂਸ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਜਿਹਦੇ ਥਰੂ ਤੁਸੀਂ ਜਿਹੜੇ ਤੁਹਾਨੂੰ ਐਟ ਦ ਐਂਡ ਟੈਕਸਿਸ ਦੇਣੇ ਪੈਣੇ ਨੇ, ਕੈਪੀਟਲ ਗੇਨ ਦੇਣੇ ਪੈਣੇ ਨੇ। ਜਦੋਂ ਪਰਸਨ ਦੀ ਡੈਥ ਹੋਣੀ ਹੈ ਸਪਾਊਸ ਨੂੰ ਤਾਂ ਈਜ਼ੀਲੀ ਰੋਲ ਓਵਰ ਹੋ ਜਾਂਦਾ ਸਾਰਾ ਕੁਛ, ਚਾਹੇ ਉਹ ਤੁਹਾਡੇ RRSP ਅਕਾਊਂਟਸ ਨੇ ਔਰ ਜਿਹੜੇ ਤੁਹਾਡੇ ਪ੍ਰੋਪਰਟੀਜ਼ ਹੈਗੀਆਂ ਨੇ ਜਾਂ ਤੁਹਾਡੇ ਜੁਆਇੰਟ ਬੈਂਕ ਅਕਾਊਂਟ ਨੇ। ਜਿਹੜੀ ਚੀਜ਼ ਤਾਂ ਜੁਆਇੰਟ ਹੈ ਉਹ ਸਪਾਊਸ 'ਤੇ ਰੋਲ ਓਵਰ ਹੋ ਗਈ। ਹੁਣ ਸਪਾਊਸ ਤੋਂ ਬਾਅਦ ਜਦੋਂ ਉਹ ਚੀਜ਼ ਬੱਚਿਆਂ 'ਤੇ ਜਾਣੀ ਹੈਗੀ ਹੈ ਉਸ ਲਈ ਹੈਵੀ ਟੈਕਸਿਸ ਲੱਗਣੇ ਨੇ। ਹੁਣ ਅੱਜ ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ ਸੀਗੀ ਫੋਰ ਐਗਜ਼ਾਮਪਲ $500,000 ਦੀ, ਐਟ ਦਾ ਟਾਈਮ ਆਫ ਡੈਥ ਉਹਦੀ ਵੈਲਿਊ ਹੈ $3 million ਦੀ, ਤਾਂ ਉਹਦੇ 50% 'ਤੇ ਕੈਪੀਟਲ ਗੇਨ ਲੱਗਣਾ। ਅੱਜ ਤੁਹਾਡਾ ਬਿਜ਼ਨਸ ਹੈਗਾ $1 million ਦਾ, ਐਟ ਦਾ ਟਾਈਮ ਆਫ ਡੈਥ ਉਹ ਬਿਜ਼ਨਸ ਦੀ ਵੈਲਿਊ ਜਿਹੜੀ ਉਹ $10 million ਹੈ, ਉਸ ਟਾਈਮ 'ਤੇ ਜਿਹੜੇ ਟੈਕਸਿਸ ਲੱਗਣੇ ਨੇ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਪ੍ਰੋਬੇਟ ਫੀਸ ਹੋ ਗਈ, ਉਹਨਾਂ ਚੀਜ਼ਾਂ ਨੂੰ ਪੇ ਕਿੱਦਾਂ ਕਰਨਾ ਹੈ ਫੈਮਿਲੀ ਨੇ? ਜਾਂ ਤਾਂ ਤੁਹਾਡੇ ਐਸਟ ਸੈਲ ਕਰਨਗੇ ਕਿਉਂਕਿ ਉਨੀ ਦੇਰ ਤੱਕ ਸਟੇਟ ਜਿਹੜੀ ਆ ਉਹਨੂੰ ਕਲੀਅਰੈਂਸ ਸਰਟੀਫਿਕੇਟ ਨਹੀਂ ਮਿਲਣਾ। ਉਹ ਸਾਰੀ ਚੀਜ਼ ਕਲੀਅਰ ਹੋਣ ਤੋਂ ਬਾਅਦ ਹੀ ਜਦੋਂ ਤੁਸੀਂ ਸਾਰੇ ਜਿਹੜੇ ਪ੍ਰੋਵਿੰਸ਼ੀਅਲ ਫੈਡਰਲ ਟੈਕਸਿਸ ਪੇ ਕਰ ਦਿੱਤੇ, ਸਾਰਾ ਕੁਝ ਪੇ ਕਰ ਦਿੱਤਾ, ਉਸ ਤੋਂ ਬਾਅਦ ਹੀ ਤੁਹਾਡੀ ਫੈਮਿਲੀ ਜਿਹੜੀ ਹੈ ਉਹ ਬਾਕੀ ਚੀਜ਼ਾਂ ਦੀ ਹੱਕਦਾਰ ਹੋ ਸਕੇਗੀ। ਹੁਣ ਉਹ ਜੇ ਪੇ ਹੀ ਨਹੀਂ ਕਰ ਸਕਦੇ, ਉਹਨਾਂ ਕੋਲ ਲਿਕੁਇਡ ਮਨੀ ਨਹੀਂ ਅਵੇਲੇਬਲ ਹੈਗੀ, ਅਤੇ ਉਹ ਚੀਜ਼ਾਂ ਉਹ ਕਿਸੇ ਨਾ ਕਿਸੇ ਚੀਜ਼ ਨੂੰ ਸੈੱਲ ਕਰਕੇ ਪੇ ਕਰਨਗੇ। ਤਾਂ ਉੱਥੇ ਜਿਹੜੀ ਇੰਸ਼ੋਰੈਂਸ ਹੈਲਪ ਕਰਦੀ ਹੈ ਕਿ ਤੁਸੀਂ ਬੈਠ ਕੇ ਆਪਣੇ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਪ੍ਰੋਪਰ ਡਿਸਕਸ਼ਨ ਕਰੋ ਕਿ ਤੁਹਾਡੀਆਂ ਲਾਇਬਿਲਿਟੀਜ਼ ਬਣਦੀਆਂ ਕਿੰਨੀਆਂ ਨੇ, ਅਪਰੋਕਸੀਮੇਟ ਆਈਡੀਆ ਲਗਾ ਕੇ ਕਿ ਸਾਨੂੰ $1 million, $2 million ਜਾਂ $500,000 ਜੋ ਵੀ ਅਮਾਊਂਟ ਤੁਹਾਡੀਆਂ ਟੈਕਸਿਸ ਦੀ ਕੈਲਕੂਲੇਸ਼ਨ ਕਰਨ ਤੋਂ ਬਾਅਦ ਕਿ ਇੰਨੇ ਕੁ ਅਮਾਊਂਟ ਦੀ ਸਾਨੂੰ ਜਿਹੜੀ ਹੈਗੀ ਜ਼ਰੂਰਤ ਪੈਣੀ ਹੈ, ਸਾਡੀ ਫੈਮਿਲੀ ਨੂੰ ਜ਼ਰੂਰਤ ਪੈਣੀ ਹੈ, ਉਨੇ ਅਮਾਊਂਟ ਦੀ ਤੁਸੀਂ ਇੰਸ਼ੋਰੈਂਸ ਲੈ ਕੇ ਰੱਖੋ। ਉਹਦਾ ਇੱਕ ਸੋਲਿਊਸ਼ਨ ਹੈ, ਕਿਉਂਕਿ ਕਈ ਵਾਰੀ ਸਾਨੂੰ ਇਹ ਲੱਗਦਾ ਕਿ ਇੰਸ਼ੋਰੈਂਸ 'ਤੇ ਸਾਡੀਆਂ ਲਾਇਬਿਲਿਟੀ ਜ਼ਿਆਦਾ ਹੋ ਗਈਆਂ, ਟੈਕਸਿਸ ਜ਼ਿਆਦਾ ਹੋ ਗਏ, ਇੰਸ਼ੋਰੈਂਸ ਮਹਿੰਗੀ ਬਹੁਤ ਹੈ। ਤਾਂ ਉਹਦਾ ਇੱਕ ਸਿੰਪਲ ਸੋਲਿਊਸ਼ਨ ਹੈ ਲਾਸਟ ਟੂ ਡਾਈ ਇੰਸ਼ੋਰੈਂਸ, ਕਿ ਜਦੋਂ ਸਪਾਊਸ ਦੀ ਡੈਥ ਹੋਣੀ ਹੈ ਕਪਲ ਦੇ ਵਿੱਚੋਂ, ਜਿਹੜਾ ਵੀ ਸੈਕਿੰਡ ਪਰਸਨ ਜਿਹਦੀ ਡੈਥ ਹੋਏਗੀ, ਉਸ ਤੋਂ ਬਾਅਦ ਉਹ ਇੰਸ਼ੋਰੈਂਸ ਅਮਾਊਂਟ ਪੇ ਹੋਊਗਾ। ਉਹਦਾ ਪ੍ਰੀਮੀਅਮ ਥੋੜ੍ਹਾ ਘੱਟ ਹੁੰਦਾ, ਥੋੜ੍ਹੀ ਸਸਤੀ ਹੋ ਜਾਂਦੀ ਹੈ ਇੰਸ਼ੋਰੈਂਸ, ਪਰ ਉਹ ਬੱਚਿਆਂ ਨੂੰ ਜਿਹੜੇ ਟੈਕਸਿਸ ਪੇ ਕਰਨ 'ਚ ਬਹੁਤ ਵੱਡੀ ਹੈਲਪ ਕਰਦੀ ਹੈ, ਕਿਉਂਕਿ ਹੁਣ ਤੁਸੀਂ ਮੰਥਲੀ ਇੰਸਟਾਲਮੈਂਟ ਦੇਣੀ ਹੈ, ਉਸ ਟਾਈਮ ਤੁਹਾਨੂੰ ਇੱਕ ਲਮਸਮ ਅਮਾਊਂਟ ਮਿਲ ਜਾਣਾ, ਜਿਹਦੇ ਕਰਕੇ ਉਸ ਲਈ ਫੈਮਿਲੀ ਦੀ ਹੈਲਪ ਹੋ ਜੂਗੀ ਕਿ ਆਪਣੇ ਟੈਕਸਿਸ ਉਸ ਟਾਈਮ ਪੇ ਕਰ ਦੇਣਗੇ। ਦੂਸਰੀ ਚੀਜ਼, ਜਿਹੜੇ ਤੁਹਾਡੇ ਓਪਨ ਬੈਂਕ ਅਕਾਊਂਟ ਨੇ ਜਿਸ 'ਚ ਤੁਸੀਂ ਵੈਸੇ ਹੀ ਪੈਸਾ ਰੱਖਿਆ ਹੋਇਆ, ਉਹ ਸਿੱਧਾ ਦਾ ਸਿੱਧਾ ਅਦਰਵਾਈਜ਼ ਤੁਹਾਡੇ ਸਾਰੇ ਐਸੈਟਸ ਦੇ ਵਿੱਚ, ਅਸਟੇਟ ਦੇ ਵਿੱਚ ਐਡ ਆਨ ਹੋ ਜਾਣਾ ਹੈ। ਉਹਨਾਂ ਨੂੰ ਤੁਸੀਂ ਆਪਣਾ ਸੈਗਰੀਗੇਟਿਡ ਫੰਡਸ ਦੇ ਵਿੱਚ ਇਨਵੈਸਟ ਕਰੋ,
ਜਿੱਥੇ ਤੁਹਾਡੀ ਬੈਨੀਫੀਸ਼ਰੀ ਡੈਜ਼ਿਗਨੇਸ਼ਨ ਹੋਏ, ਕਿਉਂਕਿ ਜਦੋਂ ਤੁਸੀਂ ਸੈਗ ਫੰਡ ਦੇ ਵਿੱਚ ਪੈਸਾ ਪਾਉਂਦੇ ਹੋ ਤੁਸੀਂ ਬੈਨੀਫੀਸ਼ਰੀ ਡੈਜ਼ਿਗਨੇਟ ਕਰ ਸਕਦੇ ਹੋ, ਉਹ ਪ੍ਰੋਬੇਟ ਦੇ ਵਿੱਚ ਨਹੀਂ ਜਾਂਦਾ। ਤਾਂ ਉਹ ਜਦੋਂ ਪ੍ਰੋਬੇਟ 'ਚ ਨਹੀਂ ਜਾਏਗਾ ਤਾਂ ਤੁਹਾਡਾ ਕਾਫੀ ਵੱਡਾ ਅਮਾਊਂਟ ਹੈਗਾ ਜਿਹੜਾ ਉਹ ਸੇਵ ਹੋ ਜਾਊਗਾ, ਜਿਹਦੇ ਤੋਂ ਤੁਸੀਂ ਪ੍ਰੋਬੇਟ ਫੀਸ ਬਚਾ ਲਓਗੇ। ਉਹ ਥੋੜ੍ਹੀ ਜਿਹੀ ਤੁਹਾਡੇ ਫੈਮਿਲੀ ਦੇ ਲਈ ਰਾਹਤ ਹੋ ਜਾਊਗੀ। ਅਦਰਵਾਈਜ਼ ਤੁਹਾਡੇ ਸਾਰੇ ਪੈਸੇ ਦੇ ਉੱਪਰ ਜੋ ਤੁਹਾਡੀਆਂ ਕਾਰਪੋਰੇਸ਼ਨ 'ਚ ਜੋ ਵੀ ਤੁਹਾਡੀ estate ਆ ਉਹਦੇ 'ਤੇ ਪ੍ਰੋਬੇਟ ਕਾਫੀ ਵੱਡਾ ਜਿਹੜਾ ਹੈਗਾ, ਕਿਉਂਕਿ ਅੰਟੇਰੀਓ BC ਇਹ ਪ੍ਰੋਵਿੰਸਿਸ ਨੇ ਜਿਨ੍ਹਾਂ ਦੀ ਪ੍ਰੋਬੇਟ ਜਿਹੜੀ ਆਲਮੋਸਟ ਜਿਹੜੀ ਹੈ 1.5% estate ਦੀ ਵੈਲਿਊ, ਜਿੰਨੀ ਵੀ estate ਦੀ ਵੈਲਿਊ ਉਹ 1.5% ਦੀ estate ਦੀ ਫੀਸ ਲੱਗ ਜਾਂਦੀ, ਪ੍ਰੋਬੇਟ ਫੀਸ। ਤੋ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ ਇੰਸ਼ੋਰੈਂਸ ਥਰੂ। ਆਪਣੇ ਤੁਸੀਂ ਇਨਵੈਸਟਮੈਂਟਸ ਜਿਹੜੀਆਂ ਕਰਨੀਆਂ ਨੇ ਸੈਗਰੀਗੇਟਿਡ ਫੰਡਸ ਦੇ ਵਿੱਚ ਕਰਨੀਆਂ ਨੇ, ਉਹਦੇ ਥਰੂ ਬਚ ਸਕਦੇ ਹੈਗੇ ਹੋ। ਸੋ ਇਹ ਸਿੰਪਲ ਸੋਲਿਊਸ਼ਨ ਹੁੰਦੇ ਨੇ, ਬਟ ਜਦੋਂ ਤੁਸੀਂ ਪ੍ਰੋਪਰ ਬੈਠ ਕੇ ਡਿਸਕਸ਼ਨ ਕਰਦੇ ਹੋ ਕਿਸੇ ਵੀ ਫਾਈਨੈਂਸ਼ੀਅਲ ਪਲੈਨਰ ਦੇ ਨਾਲ, ਉਹ ਤੁਹਾਨੂੰ ਗਾਈਡ ਕਰਦੇ ਨੇ ਵਿਲਸ 'ਚ ਤੁਸੀਂ ਕਿਸ ਤਰ੍ਹਾਂ ਉਹ ਚੀਜ਼ਾਂ ਨੂੰ ਜਿਹੜਾ ਹੈਗਾ ਮੈਂਸ਼ਨ ਕਰਨਾ ਹੈਗਾ। ਸੋ ਉੱਥੇ ਕਾਫੀ ਸਾਰੇ ਤੁਸੀਂ ਪੈਸੇ ਸੇਵ ਕਰ ਜਾਂਦੇ ਹੈਗੇ ਹੋ। ਅਦਰਵਾਈਜ਼ CRA ਤਾਂ ਹੈ ਹੀ ਐਟ ਦ ਐਂਡ। ਓਕੇ ਸਿਮਰਨ ਜੀ, ਇੱਕ ਸਵਾਲ ਹੈ ਕਿ ਜਿਹੜੀ ਇਹ ਜੀ ਸ਼ੇਅਰ ਹੋਲਡਰ ਇੰਸ਼ੋਰੈਂਸ ਹੈ ਇਹ ਕਦੋਂ ਕਰਨੀ ਚਾਹੀਦੀ ਹੈ? ਇਹ ਇੱਕ ਸਵਾਲ ਆਇਆ ਆਪਣੇ ਕੋਲ। ਜੀ ਸ਼ਮੀਲ ਜੀ, ਜਿਹੜੇ ਬਾਈ ਸੈਲ ਐਗਰੀਮੈਂਟ ਹੁੰਦੇ ਨੇ, ਜਦੋਂ ਤੁਸੀਂ ਕੋਈ ਵੀ ਬਿਜ਼ਨਸ ਜਿਹੜਾ ਕਿਸੇ ਪਾਰਟਨਰ ਦੇ ਨਾਲ ਸ਼ੁਰੂ ਕਰ ਰਹੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਪਹਿਲਾਂ ਹੀ ਪੇਪਰ ਵਰਕ ਆਪਣਾ ਕੰਪਲੀਟ ਕਰ ਲਓ। ਸੋ ਬਾਈ ਸੈਲ ਐਗਰੀਮੈਂਟ ਹੋ ਗਿਆ ਤੁਹਾਡੀਆਂ ਅਰੇਂਜਮੈਂਟ ਕਿ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਬਿਜ਼ਨਸ ਵਿਲ ਬਣਾਓ ਆਪਣੀ। ਸੋ ਜਦੋਂ ਤੁਸੀਂ ਬਿਜ਼ਨਸ ਲੈ ਰਹੇ ਹੋ ਸਭ ਤੋਂ ਬੈਸਟ ਟਾਈਮ ਹੈ ਕਿ ਰਾਈਟ ਵੇ ਹੀ ਕਰ ਲਓ। ਬਟ ਅਗਰ ਡਿਲੇ ਹੋ ਗਿਆ ਤਾਂ ਦੇਰ ਕਦੀ ਵੀ ਨਹੀਂ ਹੁੰਦੀ। ਤਾਂ ਜਦੋਂ ਵੀ ਤੁਹਾਨੂੰ ਪਤਾ ਲੱਗਦਾ ਇਸ ਚੀਜ਼ ਬਾਰੇ, ਤੁਸੀਂ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਹੋ, ਬਿਜ਼ਨਸ ਰਨ ਕਰ ਰਹੇ ਹੋ, ਤਾਂ ਰਾਈਟ ਵੇ ਆਪਣੇ ਲਾਇਰ ਦੇ ਨਾਲ ਡਿਸਕਸ ਕਰਕੇ ਆਪਣਾ ਪ੍ਰੋਪਰ ਬਾਈ ਸੈਲ ਐਗਰੀਮੈਂਟ, ਆਪਣੀ ਪ੍ਰੋਪਰ ਜਿਹੜੀਆਂ ਬਿਜ਼ਨਸ ਵਿਲ ਉਹ ਜਿਹੜੀਆਂ ਤੁਸੀਂ ਪ੍ਰਪੇਅਰ ਕਰ ਲਓ ਤਾਂ ਬੈਟਰ ਹੈ ਜਿੰਨੀ ਜਲਦੀ ਹੋ ਸਕੇ। ਸੋ ਸਾਰੀਆਂ ਗੱਲਾਂ ਇਹ ਹੋ ਗਈਆਂ ਕਿ ਜੇ ਤੁਹਾਡੇ ਕੋਲ ਪ੍ਰਾਪਰਟੀ, ਜਾਇਦਾਦ, ਵੱਡੇ ਕਾਰੋਬਾਰ ਨੇ ਜੀ, ਤਾਂ ਤੁਸੀਂ ਗਰੀਬਾਂ ਦੀ ਤਰ੍ਹਾਂ ਵਿਆਹ ਵੀ ਨਹੀਂ ਕਰਾ ਸਕਦੇ, ਪਹਿਲਾਂ ਹੀ ਕੰਟਰੈਕਟ ਕਰੋ ਹੈ ਨਾ ਜੀ। ਤੇ ਇਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਕਾਰੋਬਾਰ ਕੋਈ ਵੀ ਸ਼ੁਰੂ ਕਰਨਾ ਪਹਿਲਾਂ ਹੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਬਾਅਦ ਵਿੱਚ ਫਿਰ ਖਲਾਰਾ ਨਾ ਪਏ। ਬਿਲਕੁਲ ਜੀ। ਔਰ ਇਸ ਤੋਂ ਇਲਾਵਾ ਇਹ ਕਿ ਜਦੋਂ ਖਲਾਰਾ ਪੈਂਦਾ ਹੈਗਾ ਉਸ ਟਾਈਮ 'ਤੇ ਸਾਨੂੰ ਬਾਅਦ 'ਚ ਰੀਅਲਾਈਜ਼ ਹੁੰਦਾ ਹੈ ਕਿ ਅਸੀਂ ਬਹੁਤ ਵੱਡੀ ਮੈਸ ਕ੍ਰੀਏਟ ਕਰ ਗਏ। ਤੁਸੀਂ ਐਸੈਟ ਤਾਂ ਬਣਾਇਆ ਹੀ ਬਣਾਇਆ, ਬਟ ਨਾਲ ਦੀ ਨਾਲ ਤੁਸੀਂ ਮੈਸ ਵੀ ਬਹੁਤ ਵੱਡੀ ਕ੍ਰੀਏਟ ਕਰ ਗਏ ਫੈਮਿਲੀ ਦੇ ਲਈ। ਤੋ ਜਿੰਨਾ ਜਲਦੀ ਹੋ ਸਕੇ ਇਹਨਾਂ ਚੀਜ਼ਾਂ ਨੂੰ ਹੈਂਡਲ ਕਰ ਲਓ ਤਾਂ ਬੈਟਰ ਹੈ, ਕਿਉਂਕਿ ਜਿੱਦਾਂ ਤੁਹਾਡੇ ਐਸੈਟ ਵਧੀ ਜਾਂਦੇ ਨੇ, ਇਹਨਾਂ ਵਿਲਸ ਨੂੰ ਰਿਵਿਊ ਕਰਨ ਦੀ ਵੀ ਜ਼ਰੂਰਤ ਪੈਂਦੀ ਹੈ। ਇਹ ਨਹੀਂ ਕਿ ਇੱਕ ਵਾਰੀ ਤੁਸੀਂ ਬਣਾ ਕੇ ਅਤੇ ਉਸ ਤੋਂ ਬਾਅਦ ਬੰਦ ਕਰ ਦਿੱਤੇ ਕਿ ਉਸ ਤੋਂ ਅਸੀਂ ਖੋਲ੍ਹਣਾ ਹੀ ਨਹੀਂ ਉਹ ਪੇਪਰ ਨੂੰ। ਜੋ ਵੀ ਤੁਹਾਡੀ ਲਾਈਫ 'ਚ ਕੋਈ ਚੇਂਜਿਸ ਆਉਂਦੇ ਨੇ, ਮੈਰਿਜ ਹੋਈ, ਫੈਮਿਲੀ 'ਚ ਐਡੀਸ਼ਨ ਹੋਈ, ਬੱਚੇ ਹੋਏ, ਜਾਂ ਅਨਫੋਰਚੂਨੇਟਲੀ ਡਿਵੋਰਸ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਰਿਵਿਊ ਕਰੋ। ਸੋ ਉਹ ਰਿਵਿਊ ਕਰਦੇ ਹੋਏ ਉਹਨਾਂ ਨੂੰ ਅਪਡੇਟ ਰੱਖੋ ਟਾਈਮ ਟੂ ਟਾਈਮ। ਇਹ ਨਾ ਕਰੋ ਕਿ ਅਸੀਂ ਅੱਜ ਬਣਾਤੀ ਤੇ 20 ਸਾਲ ਬਾਅਦ ਉਹ ਪੇਪਰ ਖੋਲ੍ਹਣੇ ਹੀ ਨਹੀਂ ਹੈਗੇ, ਅਸੀਂ ਦੇਖਣਾ ਹੀ ਨਹੀਂ ਹੈਗਾ। ਤਾਂ ਇਹਨਾਂ ਨੂੰ ਰਿਵਿਊ ਵੀ ਕਰਨਾ ਹੈ। ਤਾਂ ਤੁਸੀਂ ਬਣਾ ਲਈ ਪਰ ਤੁਹਾਡੇ ਹਾਲਾਤ ਇੰਨੇ ਬਦਲ ਗਏ ਜੀ ਕਿ ਉਹ ਜਦੋਂ ਤੁਸੀਂ ਬਣਾਈ ਸੀ ਉਦੋਂ ਸੋਚਿਆ ਹੀ ਨਹੀਂ ਸੀ। ਬਿਲਕੁਲ। ਔਰ ਅੰਟੇਰੀਓ ਦਾ ਰੂਲ ਹੈ ਸ਼ਮੀਲ ਜੀ ਕਿ ਜਦੋਂ ਤੁਸੀਂ ਮੈਰਿਜ ਕਰਾ ਲੈਂਦੇ ਹੋ ਨਾ, ਉਸ ਤੋਂ ਪਹਿਲਾਂ ਅਗਰ ਤੁਸੀਂ ਕੋਈ ਵੀ ਵਿਲ ਬਣਾਈ ਹੋਈ ਹੈ ਉਹ ਨਲ ਐਂਡ ਵਾਇਡ ਹੋ ਜਾਂਦੀ ਹੈ ਰਾਈਟ ਆਫਟਰ ਦ ਮੈਰਿਜ। ਜਦੋਂ ਮੈਰਿਜ ਹੋ ਗਈ, ਤੁਸੀਂ ਪਹਿਲਾਂ ਆਪਣੀ ਵਿਲ ਦੇ ਵਿੱਚ ਆਪਣੇ ਪੇਰੈਂਟਸ ਨੂੰ ਕੁਛ ਦਿੱਤਾ ਸੀਗਾ, ਜਾਂ ਆਪਣੀ ਫੋਰ ਐਗਜ਼ਾਮਪਲ ਤੁਹਾਡੀ ਸੈਕਿੰਡ ਮੈਰਿਜ ਹੈ, ਤੁਸੀਂ ਪਹਿਲਾਂ ਕੁਝ ਦਿੱਤਾ ਸੀ, ਜਦੋਂ ਮੈਰਿਜ ਹੋ ਗਈ ਉਹ ਵਿਲ ਰਾਈਟ ਵਿੱਚ ਫਿਨਿਸ਼। ਤੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਰਿਵਿਊ ਕਰਨ ਦੀ ਜ਼ਰੂਰਤ ਹੁੰਦੀ ਹੈ। ਤੇ ਜਿੱਥੇ ਵਿਆਹ 1 2 3 4 ਫਿਰ ਇੱਦਾਂ ਹੋ ਗਏ, ਉੱਥੇ ਤੇ ਸਿਚੁਏਸ਼ਨ ਕਾਫੀ ਜ਼ਿਆਦਾ ਬਹੁਤ ਕੰਪਲਿਕੇਟਡ ਹੈ, ਬਹੁਤ ਜ਼ਿਆਦਾ, ਕਿਉਂਕਿ ਇਹ ਚੀਜ਼ਾਂ ਸਾਨੂੰ ਪਹਿਲਾਂ ਸੁਣਨ ਨੂੰ ਨਹੀਂ ਸੀ ਮਿਲਦੀਆਂ ਕਿ ਹਾਂ ਸੈਕਿੰਡ ਥਰਡ ਮੈਰਿਜ ਹੈ। ਅੱਜ ਕੱਲ੍ਹ ਇਹ ਚੀਜ਼ਾਂ ਕਾਮਨ ਨੇ, ਔਰ ਅਗਰ ਇਹ ਚੀਜ਼ਾਂ ਕਾਮਨ ਨੇ ਤਾਂ ਉਹਦੇ ਨਾਲ ਕੰਪਲੀਕੇਸ਼ਨਸ ਵੀ ਨੇ। ਕਿਉਂਕਿ ਅਗਰ ਤੁਹਾਡੀ ਲਾਈਫ, ਚਲੋ ਠੀਕ ਹੈ, ਅਗਰ ਤਾਂ ਤੁਹਾਡੇ ਕੋਲ ਐਸੈਟ ਨਹੀਂ ਹੈਗੀ ਫਿਰ ਤਾਂ ਲਾਈਫ ਈਜ਼ੀ ਹੈ, ਸਮੂਥ ਹੈ, ਬਟ ਅਗਰ ਤੁਹਾਡੇ ਕੋਲ ਪ੍ਰੋਪਰਟੀਜ਼ ਹੈਗੀਆਂ ਨੇ ਤਾਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਔਰ ਇੱਕ ਚੀਜ਼, ਅਗਰ ਤੁਹਾਡੇ ਡਿਪੈਂਡੈਂਟ ਕੋਈ ਡਿਸੇਬਲ ਬੱਚਾ ਹੈ, ਔਰ ਕਈ ਵਾਰੀ ਹੁੰਦਾ ਕਿ ਫੈਮਿਲੀ 'ਚ ਬੱਚੇ ਤੁਹਾਡੇ ਡਿਪੈਂਡੈਂਟ ਰਹਿੰਦੇ ਨੇ, ਡਿਸੇਬਲ ਹੁੰਦੇ ਨੇ, ਤਾਂ ਮੇਕ ਸ਼ੋਰ ਉਹਨਾਂ ਦੇ ਲਈ ਟਰਸਟ ਜ਼ਰੂਰ ਬਣਾਓ। ਔਰ ਉਹ ਟਰਸਟ ਦੇ ਵਿੱਚ ਆਪਣੀ ਕੋਈ ਇੰਸ਼ੋਰੈਂਸ ਜਾਂ ਤੁਸੀਂ ਕੋਈ ਆਪਣੇ ਘਰ ਹੈਗੇ ਨੇ, ਉਹਨਾਂ ਦੀ ਜਿਹੜੀ ਇਨਕਮ ਹੈ ਟਰਸਟ ਦੇ ਥਰੂ ਬੱਚੇ ਕੋਲ ਜਾਂਦੀ ਰਹੇ। ਸੋ ਸਾਡੀ ਕਮਿਊਨਿਟੀ 'ਚ ਟਰਸਟ ਦਾ ਟਰੈਂਡ ਹੀ ਨਹੀਂ ਹੈਗਾ। ਅਸੀਂ ਸੋਚਦੇ ਨਹੀਂ ਕਿ ਟਰਸਟ ਕੀ ਬਣਾਉਣਾ ਹੈਗਾ, ਪਰ ਅਗਰ ਤੁਹਾਡੇ ਡਿਸੇਬਲ ਬੱਚੇ ਨੇ ਤਾਂ ਜ਼ਰੂਰ ਉਹਨਾਂ ਦੇ ਲਈ ਟਰਸਟ ਬਣਾਓ ਕਿ ਸਾਡੇ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਲਾਈਫ ਹੈ ਉਹਦੇ ਵਿੱਚ ਇੱਕ ਮੰਥਲੀ ਜਾਂ ਜੋ ਵੀ ਜਿਸ ਤਰੀਕੇ ਨਾਲ ਵੀ ਤੁਸੀਂ ਸੈਟਅਪ ਕਰਨਾ ਚਾਹੁੰਦੇ ਹੋ, ਉਹਨਾਂ ਦੇ ਗਾਰਡੀਅਨ ਉਹ ਇੱਕ ਮੰਥਲੀ ਇਨਕਮ ਉਸ ਬੱਚੇ ਦੀ ਪਰਵਰਿਸ਼ ਦੇ ਲਈ, ਉਸ ਬੱਚੇ ਦੀ ਜੋ ਵੀ ਜ਼ਰੂਰੀ ਚੀਜ਼ਾਂ ਨੇ, ਉਹਨਾਂ ਚੀਜ਼ਾਂ ਨੂੰ ਜਿਹੜਾ ਕਵਰ ਅਪ ਕਰਦਾ। ਅੱਜ ਕੱਲ੍ਹ ਬੱਚੇ ਜਿਵੇਂ ਆਟਿਸਟਿਕ ਬੱਚੇ, ਹਾਂਜੀ, ਬਹੁਤ ਵੱਡਾ ਨੰਬਰ ਹੈ। ਤਾਂ ਉਹ ਚੀਜ਼ ਨੂੰ ਸੋਚੋ। ਅੱਜ ਤੇ ਅਸੀਂ ਬੈਠੇ ਹੋਏ ਹਾਂ ਤਾਂ ਅਸੀਂ ਬੱਚੇ ਨੂੰ ਟੇਕ ਕੇਅਰ ਕਰੀ ਜਾ ਰਹੇ ਹਾਂ, ਬਟ ਕੱਲ੍ਹ ਨੂੰ ਅਗਰ ਅਸੀਂ ਨਹੀਂ ਹੈਗੇ ਬੋਥ ਪੇਰੈਂਟ, ਤਾਂ ਉਹ ਬੱਚੇ ਬਾਰੇ ਸੋਚਣ ਦੀ ਜ਼ਰੂਰਤ ਹੈਗੀ ਹੈ। ਸੋ ਉਹਦੇ ਲਈ ਟਰਸਟ ਬਣਾਓ। ਜਾਂ ਤੁਹਾਡੇ ਕੋਈ ਤੁਹਾਨੂੰ ਲੱਗਦਾ ਕਿ ਤੁਹਾਡੇ ਪੇਰੈਂਟਸ ਤੁਹਾਡੇ 'ਤੇ ਡਿਪੈਂਡੈਂਟ ਹੈਗੇ ਨੇ, ਕਦੀ ਵੀ ਕਿਸੇ ਨੂੰ ਵੀ ਕੁਝ ਹੋ ਸਕਦਾ, ਡਜ਼ਨਟ ਮੈਟਰ ਏਜ ਕੀ ਹੈ ਤੁਹਾਡੀ, ਤਾਂ ਇਹਨਾਂ ਚੀਜ਼ਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਸਾਡੇ ਤੋਂ ਬਾਅਦ ਜਿਹੜੇ ਪਰਸਨ ਸਾਡੇ 'ਤੇ ਡਿਪੈਂਡੈਂਟ ਨੇ ਉਹਨਾਂ ਦੀ ਲਾਈਫ ਸਮੂਥਲੀ ਚੱਲਦੀ ਰਹੇ। ਆਖਰ 'ਚ ਮੈਨੂੰ ਤੁਹਾਡੀ ਗੱਲ ਸਾਰੀ ਸੁਣ ਕੇ ਇਹ ਲੱਗਦਾ ਵੀ ਜਿਹਨੇ ਲਾਈਫ ਸਿੰਪਲ ਰੱਖੀ ਹੈ,
ਸੌਖੀ ਰੱਖੀ ਹੈ ਉਹਦਾ ਜਾਣਾ ਵੀ ਆਸਾਨ ਉਹਦਾ ਹੀ ਹੋ ਸਕਦਾ ਜ਼ਿੰਦਗੀ 'ਚੋਂ ਜਿਨ੍ਹਾਂ ਨੇ ਜਿੰਨਾ ਭਾਰ ਵੱਧ ਇਕੱਠਾ ਕੀਤਾ ਜੀ ਉਨਾ ਹੀ ਉਹਨੂੰ ਚਿੰਬੜਿਆ ਹੋਇਆ ਨਾਲ। ਹਾਂ ਮਤਲਬ ਇਹ ਹੈ ਕਿ ਜਿੰਨੀ ਤੁਸੀਂ ਲਾਈਫ ਕੰਪਲੀਕੇਟ ਕੀਤੀ ਹੋਈ ਹੈ ਤਾਂ ਉਹਦੇ ਹਿਸਾਬ ਨਾਲ ਤਾਂ ਡੈਫੀਨੇਟਲੀ ਤੁਹਾਡੀ ਹੈਡੇਕ ਵੀ ਜ਼ਿਆਦਾ ਹੈ ਅਤੇ ਜਾਣਾ ਵੀ ਓਨਾ ਹੀ ਔਖਾ ਹੈ। ਬਟ ਅਗਰ ਤੁਸੀਂ ਪਲਾਨ ਕਰ ਲਓ ਪਹਿਲਾਂ ਸਾਰਾ ਕੁਝ ਜੀਂਦੇ ਜੀ, ਇਹ ਨਾ ਸੋਚੋ ਕਿ ਹਾਂਜੀ ਜੀ ਮੈਂ ਕੋਈ ਨਹੀਂ ਅਜੇ ਤਾਂ ਬੜਾ ਟਾਈਮ ਪਿਆ ਜੇ, ਅਤੇ ਮੈਂ ਫੋਰ ਐਗਜ਼ਾਮਪਲ 40 ਈਅਰਸ ਹਾਂ ਜਾਂ 30 ਈਅਰਸ ਹਾਂ ਜਾਂ ਮੈਨੂੰ ਥੋੜ੍ਹਾ ਕੁਛ ਹੋਣਾ, ਤਾਂ ਇਹ ਚੀਜ਼ਾਂ ਨਾ ਸੋਚੋ। ਐਜ਼ ਸੂਨ ਐਜ਼ ਪੋਸੀਬਲ ਪਲੈਨਿੰਗ ਕਰ ਲਓ ਹਰ ਚੀਜ਼, ਵਿਲ ਹੋ ਗਈ, ਪਾਵਰ ਆਫ ਅਟਰਨੀਜ਼ ਹੋ ਗਈਆਂ, ਆਪਣੀਆਂ ਇੰਸ਼ੋਰੈਂਸ ਪਾਲਿਸੀਜ਼ ਹੋ ਗਈਆਂ, ਪ੍ਰੋਪਰ ਬੈਨੀਫਿਸ਼ਰੀ ਡੈਜ਼ਿਗਨੇਸ਼ਨਸ ਹੋ ਗਈਆਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਟਾਈਮ ਸਿਰ ਜਿਹੜਾ ਹੈ ਉਹ ਮੈਨੇਜ ਕਰ ਲਓ ਅਤੇ ਆਈ ਥਿੰਕ ਉਸ ਬੰਦੇ ਦਾ ਵੀ ਜਾਣਾ ਈਜ਼ੀ ਹੋ ਜਾਏਗਾ। ਉਹਦਾ ਤਾਂ ਚਲੋ ਜਾਣ ਵਾਲੇ ਦਾ ਤਾਂ ਈਜ਼ੀ, ਤੰਗ ਕੀ ਹੋਣਾ, ਤੰਗ ਤੇ ਪਿੱਛੇ ਵਾਲੇ ਹੁੰਦੇ ਨੇ, ਤਾਂ ਆਈ ਥਿੰਕ ਪਿਛਲੇ ਵਾਲਿਆਂ ਦੀ ਜਿਹੜੀ ਲਾਈਫ ਈਜ਼ੀ ਹੋ ਜਾਊ। ਕਿਸ ਤਰ੍ਹਾਂ ਦਾ, ਜਿਵੇਂ ਹੁਣ ਆਪਾਂ ਆਰਾਮ ਨਾਲ ਇਹ ਗੱਲ ਕਰੀ ਜਾ ਰਹੇ ਹਾਂ, ਹਾਂਜੀ ਆਪਣੇ ਬਹੁਤ ਸਾਰੇ ਕਲਚਰ 'ਚ ਬਹੁਤਿਆਂ ਨੂੰ ਇਹ ਲੱਗਦਾ ਵੀ ਯਾਰ ਇਹ ਗੱਲਾਂ ਬਹੁਤੀਆਂ ਮਰਨ ਦੀਆਂ ਨਹੀਂ ਕਰਨੀਆਂ ਚਾਹੀਦੀਆਂ, ਜਿਹੜੀ ਕਿ ਲਾਈਫ ਦੀ ਸਭ ਤੋਂ ਵੱਡੀ ਰਿਐਲਿਟੀ ਹੈ। ਬਿਲਕੁਲ ਪੱਥਰ ਤੇ ਲਕੀਰ ਹੈ ਜਿਹੜੀ, ਬਾਕੀ ਸਾਰੀਆਂ ਚੀਜ਼ਾਂ ਇੱਧਰ ਉੱਧਰ ਹੋ ਸਕਦੀਆਂ। ਹਾਂਜੀ ਇਹ ਸੱਚਾਈ ਤੋਂ ਕੋਈ ਮੁੱਖ ਨਹੀਂ ਮੋੜ ਸਕਦਾ ਵੀ ਜਾਣਾ ਇੱਕ ਦਿਨ, ਬਿਲਕੁਲ, ਤੇ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਉਹ ਨਾ ਇੱਕ ਡਰ ਹੁੰਦਾ ਕਿ ਚਲੋ, ਜਾਂ ਸਾਨੂੰ ਇਹ ਲੱਗ ਰਿਹਾ ਹੁੰਦਾ ਕਿ ਆਪਾਂ ਅਜੇ ਨਹੀਂ ਜਾਣਾ, ਸੋ ਆਲੇ ਦੁਆਲੇ ਦੁਨੀਆ ਖਤਮ ਹੋ ਜਾਊਗੀ, ਮੈਂ ਥੋੜ੍ਹੇ ਜਾਣਾ, ਤਾਂ ਅਸੀਂ ਇਸ ਕਰਕੇ ਥੋੜ੍ਹਾ ਅਵੇਸਲੇ ਹੋ ਜਾਂਦੇ, ਇਸ ਚੀਜ਼ ਨੂੰ ਇੰਨਾ ਸੋਚਦੇ ਨਹੀਂ, ਇਗਨੋਰ ਕਰੀ ਜਾਂਦੇ। ਔਰ ਦੂਸਰਾ ਇੱਥੇ ਲਾਈਫ ਇੰਨੀ ਬਿਜ਼ੀ ਹੈ, ਹੁਣ ਜਿਹਨਾਂ ਦੇ ਬਿਜ਼ਨਸ ਹੈਗੇ ਨੇ ਜਾਂ ਨਹੀਂ ਵੀ ਹੈਗੇ, ਉਹ ਹਰ ਬੰਦਾ 9 to 5 ਦੌੜਿਆ ਭੱਜਿਆ ਫਿਰ ਰਿਹਾ। ਜਿਹਦੇ ਕੋਲ ਵਿਚਾਰੇ ਕੋਲ, ਮੇਰੇ ਵਰਗੇ ਕੋਲ ਨਹੀਂ ਵੀ ਹੈਗਾ ਉਹ ਵੀ ਦੌੜ ਰਿਹਾ, ਜਿਹਦੇ ਕੋਲ ਹੈਗਾ ਉਹ ਵੀ ਦੌੜ ਰਿਹਾ, ਤਾਂ ਉਹ ਇਸ ਦੌੜ ਦੇ ਵਿੱਚ ਟਾਈਮ ਹੀ ਨਹੀਂ ਬਚਦਾ ਕਿ ਤੁਸੀਂ ਇਹਨਾਂ ਚੀਜ਼ਾਂ ਬਾਰੇ ਸੋਚੋ। ਜੇ ਬੰਦੇ ਦੇ ਮਨ 'ਚ ਖਿਆਲ ਵੀ ਆਉਂਦਾ ਹੈ, ਉਹ ਕਹੂਗਾ ਚਲੋ ਛੱਡ ਪਰੇ, ਇਹਦੇ ਬਾਰੇ ਕੀ ਸੋਚਣਾ, ਫਿਰ ਦੇਖਾਂਗੇ, ਤਾਂ ਅਸੀਂ ਇਗਨੋਰ ਕਰ ਦਿੰਦੇ ਹਾਂ। ਮੇਨ ਚੀਜ਼ ਇਹ ਹੈ ਇੱਥੇ, ਸ਼ਾਰਟੇਜ ਆਫ ਟਾਈਮ ਕਹਿ ਲਈਏ, ਅਤੇ ਬਟ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਬਹੁਤ ਸ਼ੁਕਰੀਆ ਜੀ। ਉਮੀਦ ਹੈ ਕਿ ਸਾਡੀ ਅੱਜ ਦੀ ਡਿਸਕਸ਼ਨ ਨਾਲ ਬਹੁਤ ਸਾਰੇ ਦੋਸਤ ਜਿਹੜੇ ਇਸ ਪਾਸੇ ਨਹੀਂ ਧਿਆਨ ਦਿੰਦੇ, ਇਸ ਪਾਸੇ ਨਹੀਂ ਸੋਚਿਆ, ਉਹ ਇਸ ਪਾਸੇ ਨਜ਼ਰ ਮਾਰਨਗੇ ਅਤੇ ਆਪੋ ਆਪਣੀ ਸਿਚੁਏਸ਼ਨ ਰਿਵਿਊ ਕਰਨਗੇ ਔਰ ਆਪਣੀ ਸਹੀ ਪਲੈਨਿੰਗ ਕਰਨਗੇ, ਤਾਂ ਕਿ ਤੁਹਾਡੀ ਅਤੇ ਤੁਹਾਡੇ ਤੋਂ ਬਾਅਦ ਤੁਹਾਡਾ ਜਿਹੜਾ ਪਰਿਵਾਰ ਹੈ ਜੀ, ਉਹਨਾਂ ਦਾ ਕੰਮ ਥੋੜ੍ਹਾ ਜਿਹਾ ਸੁਖਾਲਾ ਰਹੇ, ਅਤੇ ਤੁਹਾਡੀ ਜਿਹੜੀ ਵਿਦਾਇਗੀ ਹੈ ਦੁਨੀਆ ਤੋਂ ਉਹ ਘੱਟ ਤੋਂ ਘੱਟ ਟੈਨਸ਼ਨ ਪੈਦਾ ਕਰਕੇ, ਘੱਟ ਤੋਂ ਘੱਟ ਪ੍ਰੋਬਲਮ ਪੈਦਾ ਕਰਕੇ ਹੋਏ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸ਼ਮੀਲ ਜੀ, ਥੈਂਕ ਯੂ ਜੀ।